विशेष गुरमत समागम आयोजित किए जाते हैं। दास पिछले कई सालों तो इस महीने आप जी दे सन्मुख सतगुरां दे अमृत बचनां दी विचार करदा आ रहा है। इस वरे ये मन का फुरना सी कि गुरु नानक साहब जी की 19 रागां विच बाणी है। उस बाणी दे अंदर हिंदुस्तान की धरती ते मुगलों वालों किए हुए हमले नाल संबंधित श्री गुरु ग्रंथ साहिब की बाणी विच 4 शब्द ने। आम तौर ते असी लफज यही वरतने आ कि बाबर वाणी। पर दास ने एक बार बेनती की सी, इत्थे वाणी लफज जिहड़ा है वो जुल्म का प्रतीक है। बाबर वाणी फिर गई कोयर ना रोटी खाए। इस बाणी लफज दे अर्थ असी धुरकी बाणी लफज नाल नहीं कर सकांगे। है शब्द वाणी ही, उस नाल जिहड़े संबंधित शब्द ने सतगुरां दे, उस विच इतिहास भी है, उस वक्त का घटनाक्रम भी है। पर कमाल की गल ये कि उस वक्त बाबर दे हमला जदों होया है, उस नाल ये बंद ही कर दे स्क्रीन प्लीज़। उस नाल उस वक्त का जितना भी साहित्य है, किसे विच बाबर दे इस हमले ते त्रासदी का बिल्कुल जिक्र नहीं। पूरे हिंदुस्तान की हिस्टरी च वो जिहड़ा सतगुरां ने कीता, वो एक सच की बाणी, खसम की बाणी। इस दी विचार इस वरे आपां करांगे। अज इस वरे दे दीवान का पहला दिन है। इत्थे जो प्रबंधक वीरां ने प्रोग्राम उलीकिया है, उस अनुसार दास हाज़री भरेगा। अगले ऐतवार तो आपां शुरुआत करांगे लड़ीवार बचनां दी। इत्थे अज होला महला शुरू हो चुका है ते कुदरती तौर ते जदों भी इत्थे आउणा उदों तकरीबन होला महल्ले का दिहाड़ा विच आ ही जाता है। पर आपां सतगुरु की उस बख्शीश नूं गुरमत के नज़रिए विच विचारन का यतन करांगे। आप संगत का बहुत धन्नवाद। इतने सालों तो आप जी हर साल निरंतर सेवा ले रहे हो। इस वरे भाई साहब भाई राय सिंह जी वो भी पहुँच रहे ने। सन्मानयोग भाई कुलविंदर सिंह जी, अरदासीए गुरु रामदास जी दे आप जी दे संगत विच हाज़र ने। आओ, पहले दिन की हाज़री है। सफ़र भी लंबेरा सी, आए भी देर रात हाँ। कोई समा आप जी दे सन्मुख बेनती कर सकां। गुरु बख्शी फतेह स्वीकार करो। अदब सहित उच्चारण करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी की अमृत गुरबाणी विच भगती मार्ग दृढ़ कराने लई, वासना तो बचन दे लई, अंदर दी अडोलता दे लई, उस वक्त दे
ਜ਼ੁਲਮ ਕਰਨ ਵਾਲੇ ਜਿਹੜੇ ਰਾਜੇ ਨੇ, ਉਹ ਸਤਿਗੁਰਾਂ ਨੇ ਅਨੇਕਾਂ ਉਦਾਹਰਨਾਂ ਜਿਹੜੀਆਂ ਨੇ ਉਹ ਪੁਰਾਣਾਂ ਦੇ ਵਿੱਚੋਂ ਲਈਆਂ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ ਜਗਿਆਸੂ ਉਹਨਾਂ ਉਦਾਹਰਨਾਂ ਨੂੰ ਕਦੀ ਵੀ ਆਪਣੀ ਅੱਖਾਂ ਤੋਂ, ਆਪਣੇ ਮਨ ਤੋਂ ਦੂਰ ਨਹੀਂ ਕਰ ਸਕਦਾ। ਜਿਵੇਂ ਅਸੀਂ ਜਿਹੜਾ ਦਿਨ ਸਿੱਖ ਜਗਤ ਮਨਾਉਂਦਾ ਹੈ, ਹੋਲਾ ਅਤੇ ਮਹੱਲਾ, ਮੈਂ ਪਿਛਲੇ ਵਾਰ ਵੀ ਅਰਜ਼ ਕੀਤੀ ਸੀ, ਇਹਨੂੰ ਹੋਲੀ ਨਾਲ ਜੋੜ ਕੇ ਹੋਲਾ ਅਰਥ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਵਿੱਚ ਹੋਲੀ ਲਫ਼ਜ਼ ਦੀ ਵਰਤੋਂ ਸਤਿਗੁਰਾਂ ਨੇ ਕੀਤੀ ਹੈ। 3 ਬੇਨਤੀਆਂ ਅੱਜ ਕਰਨੀਆਂ ਨੇ। ਇੱਕ, ਹੋਲੀ ਦਾ ਪੁਰਾਣਕ ਇਤਿਹਾਸ। ਦੂਸਰਾ, ਰੰਗਾਂ ਦੀ ਗੁਰਬਾਣੀ ਵਿੱਚ ਮਹਾਨਤਾ। ਤੇ ਤੀਸਰਾ, ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼, ਹੋਲਾ ਔਰ ਮਹੱਲਾ, ਇਸ ਦਾ ਭਾਵ ਕੀ ਹੈ। ਸਿਰਫ 3 ਬੇਨਤੀਆਂ ਕਰਨੀਆਂ ਨੇ। ਭਾਰਤ ਦੀ ਧਰਤੀ ਤੇ 6 ਰੁੱਤਾਂ ਦਾ ਜ਼ਿਕਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ। ਹਰ ਰੁੱਤ ਜਿਹੜੀ ਹੈ ਉਹ ਆਪਣਾ ਅਸਰ ਮਨੁੱਖ ਦੇ ਸਰੀਰਕ ਤੌਰ ਤੇ ਵੀ ਔਰ ਮਾਨਸਿਕ ਤੌਰ ਤੇ ਵੀ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਇਹ ਅੰਮ੍ਰਿਤ ਬਚਨ ਨੇ, ਜੇ ਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜਿਹੀ ਦੇਹੀ। ਜਿਹੋ ਜੀ ਬਾਹਰ ਦੀ ਰੁੱਤ ਹੋਵੇਗੀ, ਉਸ ਰੁੱਤ ਦੇ ਅਨੁਸਾਰ ਜਿਹੜੀ ਕਾਇਆ ਹੈ ਉਹ ਦੁੱਖ ਸੇ ਸੁਖ ਪ੍ਰਤੀਤ ਕਰੇਗੀ, ਤੇ ਉਸ ਕਾਇਆ ਦੇ ਉੱਤੇ ਉਹ ਰੁੱਤ ਆਪਣਾ ਪੂਰਨ ਪ੍ਰਭਾਵ ਪਾਉਂਦੀ ਹੈ। ਆਪ ਸਭ ਨੂੰ ਪਤਾ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਿਨ ਤੇ ਰਾਤ ਦੇ ਸਰਲੇਖ ਥੱਲੇ ਬਾਣੀ ਹੈ, 12 ਮਾਹ ਦੇ ਸਰਲੇਖ ਥੱਲੇ ਬਾਣੀ ਹੈ, 7 ਵਾਰ ਨੇ ਗੁਰੂ ਗ੍ਰੰਥ ਸਾਹਿਬ ਅੰਦਰ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 6 ਰੁੱਤਾਂ ਦੇ ਸਰਲੇਖ ਥੱਲੇ ਵੀ ਬਾਣੀ ਹੈ। ਉਂਝ ਸਤਿਗੁਰਾਂ ਨੇ ਬਾਹਰਮੁਖੀ ਰੁੱਤ ਦਾ ਜਦੋਂ ਜ਼ਿਕਰ ਕੀਤਾ, ਉਹਦੇ ਨਾਲ ਸਾਡੇ ਧੁਰ ਅੰਦਰ ਦੇ ਮਾਨਸਿਕ ਜੀਵਨ ਨੂੰ ਜੋੜ ਕੇ ਵਿਆਖਿਆ ਕੀਤੀ ਹੈ। ਰੁੱਤਾਂ ਬਾਹਰ ਦੀਆਂ ਦਾ ਜ਼ਿਕਰ ਹੈ, ਪਰ ਉਹਨੂੰ ਸਾਡੇ ਧੁਰ ਅੰਦਰ ਦੇ ਨਾਲ ਜੋੜਿਆ ਹੈ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਪੜ੍ਹਨੇ ਆ, ਜਲ ਥਲ ਜਿਹੜੇ ਨੇ ਪਾਣੀ ਨਾਲ ਭਰੇ ਹੋਏ ਨੇ ਸਰੋਵਰ, ਜਲ ਥਲ ਨੀਰ ਭਰੇ, ਸ਼ੀਤਲ ਪਵਨ ਝੁਲਾਰ ਦੇ, ਸੇਜੜੀਆਂ ਸੁਵਨ, ਹੀਰੇ ਲਾਲ ਜੜੰਦੀਆਂ। ਹਜ਼ੂਰ ਕਹਿੰਦੇ ਨੇ ਹਰ ਪਾਸੇ ਪਾਣੀ ਹੈ, ਸਾਉਣ ਦਾ ਮਹੀਨਾ ਹੈ, ਤੇ ਸੋਹਣੀ ਸੇਜ ਸੋਨੇ ਨਾਲ ਜੋ ਮੜੀ ਹੋਈ ਹੈ, ਉਸ ਉੱਪਰ ਜੀਵ ਇਸਤਰੀ ਜਾਂ ਮਨੁੱਖ ਜਿਹੜਾ ਉਹ ਆਰਾਮ ਕਰ ਰਿਹਾ ਹੈ। ਪਰ ਜੇ ਉਸ ਰੁੱਤ ਵਿੱਚ ਜਦੋਂ ਠੰਡੀ ਅੱਤ ਦੀ ਹਵਾ ਚੱਲਦੀ ਹੈ, ਉਸ ਰੁੱਤ ਵਿੱਚ ਵੀ ਪਰਮਾਤਮਾ ਦਾ ਨਾਮ ਭੁੱਲ ਜਾਏ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਨੁਸਾਰ ਉਸ ਰੁੱਤ ਦੀ ਸਰਦ ਹਵਾ ਦੇ ਵਿੱਚ ਵੀ ਇਨਸਾਨ ਜਿਹੜਾ ਉਹਦਾ ਅੰਦਰ ਤਪੀ ਜਾਂਦਾ ਹੈ। ਮੈਂ ਬੇਨਤੀ ਕਰਾਂ, ਬਾਹਰ ਰੁੱਤ ਠੰਡੀ ਹੈ, ਜਲ ਥਲ ਨੀਰ ਭਰੇ, ਸੀਤਲ ਪਵਨ ਝੁਲਾਰ ਦੇ, ਪਰ ਅੰਦਰ ਜਿਹੜੀ ਹੈ ਉਹ ਤਬਸ਼ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸਾਰੀਆਂ ਰੁੱਤਾਂ ਵਿੱਚ ਆਤਮਿਕ ਜੀਵਨ ਨੂੰ ਜੋੜ ਕੇ ਦੇਖਿਆ ਹੈ। ਜਿਵੇਂ 1-2 ਉਦਾਹਰਨ ਹੋਰ ਦੇ ਦੇਣਾ। ਅਸੀਂ ਇੱਕ ਪਾਠ ਕਰਨੇ ਆ, ਆਸਾੜ ਤਪੰਦਾ ਤਿਸ ਲੱਗੈ, ਉਸ ਬੰਦੇ ਦਾ ਅੰਦਰ ਹਾੜ ਦੇ ਮਹੀਨੇ ਵਿੱਚ ਤਪਦਾ ਹੈ ਜਿਸ ਬੰਦੇ ਦੇ ਅੰਦਰ ਪਰਮਾਤਮਾ ਦਾ ਸਿਮਰਨ ਨਹੀਂ। ਤੇ ਇਸੇ ਵਿੱਚ ਗੁਰਦੇਵ ਕਹਿੰਦੇ ਜਿਹਦੇ ਕੋਲ ਸਿਮਰਨ ਹੈ, ਆਸਾੜ ਸੁਹੰਦਾ, ਉਹਦੇ ਵਾਸਤੇ ਆਸਾੜ ਜਿਹੜਾ ਉਹ ਅੱਤ ਦਾ ਸੁਹਾਵਣਾ ਵੀ ਹੈ। ਇਸੇ ਕਰਕੇ ਭਾਰਤ ਦੀ ਧਰਤੀ ਤੇ ਰੁੱਤਾਂ ਨਾਲ ਜੁੜੇ ਹੋਏ, ਕਈ ਮੌਸਮ ਦੇ ਨਾਲ ਜੁੜੇ ਹੋਏ ਤਿਉਹਾਰ ਜਿਹੜੇ ਨੇ ਉਹ ਹੋਂਦ ਵਿੱਚ ਆਏ। ਥੋੜਾ ਜਿਹਾ ਸਿਰਫ ਹੋਲੀ ਦੇ ਸੰਬੰਧ ਵਿੱਚ 2 ਪੱਖ ਨੇ। ਇੱਕ ਤਾਂ ਇਹਨੂੰ ਮੌਸਮੀ ਤਿਉਹਾਰ ਕਿਹਾ ਜਾਂਦਾ ਹੈ, ਕਿਉਂਕਿ ਉੱਥੋਂ ਦੀ ਰੁੱਤ ਦੇ ਮੁਤਾਬਕ
ਸਰਦੀ ਜਿਹੜੀ ਉਹ ਹੁਣ ਆਪਣਾ ਪਸਾਰਾ ਸੰਕੋਚਦੀ ਪਈ ਹੈ। ਤੇ ਸੱਚਮੁੱਚ ਸਰਦੀ ਨਾਲ ਕੰਬਿਆ ਹੋਇਆ ਬੰਦਾ ਮੱਘਰ ਤੋਂ ਲੈ ਕੇ ਮਾਘ ਤੱਕ, ਫੱਗਣ ਤੱਕ ਉਹ ਸਰਦੀ ਆਪਣਾ ਪੂਰਾ ਪ੍ਰਭਾਵ ਪਾਉਂਦੀ ਹੈ। ਪਰ ਜਦੋਂ ਹੁਣ ਸਰਦੀ ਜਾਣ ਲੱਗੀ ਹੈ ਤੇ ਚਾਰ ਚੁਫੇਰੇ ਜਿਹੜੀ ਉਹ ਬਸੰਤ ਦੀ ਰੁੱਤ ਦਾ ਆਗਮਨ ਹੋਇਆ ਹੈ। ਉਂਝ ਦਾਸ ਨੇ ਇੱਕ ਵਾਰ ਬੇਨਤੀ ਆਪ ਨੂੰ ਕੀਤੀ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਬਸੰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਮਾਘੀ ਵਾਲੇ ਦਿਨ, ਸਮਾਪਤੀ ਕੀਤੀ ਜਾਂਦੀ ਹੈ ਹੋਲੇ ਮਹੱਲੇ ਵਾਲੇ ਦਿਨ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਜਿਹੜੇ ਮਹੀਨੇ ਨੇ ਮਾਘ ਤਾਂ ਫੱਗਣ, ਇਹ ਬਸੰਤ ਰੁੱਤ ਦੇ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਰੁੱਤਾਂ ਦੀ ਵੰਡ ਅਨੁਸਾਰ ਚੇਤ ਤੇ ਅੱਧ ਵਿਸਾਖ ਇਹਨਾਂ ਕੋ ਆਪਾਂ ਲੈ ਸਕਨੇ ਹਾਂ। ਉਂਝ ਸਤਿਗੁਰਾਂ ਨੇ ਚੇਤ ਤੇ ਵਿਸਾਖ ਇਹ ਦੋਨਾਂ ਮਹੀਨਿਆਂ ਦਾ ਜ਼ਿਕਰ ਜਿਹੜਾ ਹੈ ਉਹ ਦਰਅਸਲ ਬਸੰਤ ਦੀ ਰੁੱਤ ਵਿੱਚ ਕੀਤਾ ਹੈ। 6 ਰੁੱਤਾਂ ਵਿੱਚ ਚੇਤ ਤੇ ਵਿਸਾਖ ਇਹ ਦਰਅਸਲ ਬਸੰਤ ਹੈ। ਬਸੰਤ ਦੀ ਰੁੱਤ ਆ ਗਈ, ਚਾਰ ਚੁਫੇਰੇ ਉੱਥੇ ਖਿੜੇ ਹੋਏ ਫੁੱਲ ਨੇ। ਮੈਂ ਇਸ ਕਰਕੇ ਆਪ ਨੂੰ ਬੇਨਤੀ ਕਰ ਰਿਹਾ ਕਿ ਭਾਵੇਂ ਇਸ ਮੁਲਕ 'ਚ ਤੁਸੀਂ ਬੈਠੇ ਹੋ, ਇੱਥੇ ਰੁੱਤ ਬਿਲਕੁਲ ਵਿਪਰੀਤ ਚੱਲਦੀ ਹੈ। ਇੱਥੇ ਸਰਦੀ ਦੀ ਸ਼ੁਰੂਆਤ ਹੋਣ ਲੱਗੀ ਹੈ, ਸਰਦੀ ਸ਼ੁਰੂ ਹੋਣੀ ਹੈ ਨਾ। ਤੇ ਮੈਂ ਬੇਨਤੀ ਕਰਾਂ, ਭਾਵੇਂ ਆਪ ਇਸ ਖਿੱਤੇ 'ਚ ਬੈਠੇ ਹੋ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਨੇ, ਸਾਨੂੰ ਉਸ ਬਚਨ ਦੀ ਵਿਆਖਿਆ ਕਰਨੀ ਹੀ ਪਏਗੀ ਕਿ ਉੱਥੇ ਬਸੰਤ ਆਉਂਦੀ ਹੈ, ਫੁੱਲ ਨੇ, ਚਾਰ ਚੁਫੇਰੇ ਸਰਦੀ ਦਾ ਖਾਤਮਾ ਹੋ ਰਿਹਾ ਹੈ, ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਆ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਉੱਥੇ ਇੱਕ ਹੋਰ ਬਖਸ਼ਿਸ਼ ਕੀਤੀ, ਕਹਿੰਦੇ ਬਸੰਤ ਦੀ ਰੁੱਤ ਵੀ ਉਹਨਾਂ ਵਾਸਤੇ ਹੀ ਠੀਕ ਹੈ ਜਿਨ੍ਹਾਂ ਦੇ ਅੰਦਰ ਸਿਮਰਨ ਦਾ ਖੜਾਓ ਹੈ। ਜੇ ਮੰਨ ਲਓ ਸਿਮਰਨ ਨਹੀਂ, ਇੱਕ ਬੰਦੇ ਦਾ ਅੰਦਰ ਬਿਲਕੁਲ ਤਪਿਆ ਹੋਵੇ, ਉਂਝ ਵੈਸੇ ਦੁਨੀਆ ਦੀ ਹਰ ਚੀਜ਼ ਬਾਹਰ ਦੀ ਜਿਹੜੀ ਹੈ ਉਹ ਸਾਡੇ ਅੰਦਰ ਦੇ ਖਿਆਲਾਤਾਂ ਤੇ, ਸਾਡੇ ਅੰਦਰ ਦੀ ਸੋਚ ਤੇ, ਸਾਡੀ ਸੁਰਤ ਤੇ ਨਿਰਭਰ ਕਰਦੀ ਹੈ। ਜੇ ਮੰਨ ਲਓ ਜਿਤਨਾ ਮਰਜ਼ੀ ਘਰ ਵਿੱਚ ਬਾਹਰ ਦਾ ਸੁੱਖ ਹੋਵੇ, ਜੇ ਸਾਨੂੰ ਕੋਈ ਖਬਰ ਐਸੀ ਮਿਲ ਜਾਏ ਜਿਹੜੀ ਸਾਡੇ ਅੰਦਰ ਨੂੰ ਪਰੇਸ਼ਾਨ ਕਰੇ, ਪਿਆਰਿਓ ਘਰ ਵਾਜੇ ਵੀ ਵੱਜਦੇ ਹੋਣ ਪਰ ਜੇ ਅੰਦਰ ਪਰੇਸ਼ਾਨ ਹੋ ਜਾਏ ਤੇ ਸੱਚ ਇਹ ਵੇ ਖੁਸ਼ੀ ਵਾਲਾ ਮਾਹੌਲ ਵੀ, ਖੁਸ਼ੀ ਵਾਲਾ ਸਮਾਗਮ ਵੀ ਸਾਨੂੰ ਗਮਗੀਨ ਭਾਸਣ ਲੱਗ ਪੈਂਦਾ ਹੈ, ਕਿਉਂਕਿ ਸਾਡੇ ਅੰਦਰ ਤੇ ਨਿਰਭਰ ਕਰ ਰਿਹਾ। ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕਿਹਾ ਜਿਹੜਾ ਅਕਸਰ ਕੀਰਤਨੀਏ ਗੁਰਸਿੱਖ ਪੜ੍ਹਦੇ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮਾਤਮਾ ਵਸਿਆ ਹੈ। ਬਸੰਤ ਉਹਨਾਂ ਵਾਸਤੇ ਹੈ, ਪਰ ਨਾਲ ਇਹ ਵੀ ਕਹਿ ਦਿੱਤਾ ਬਸੰਤ ਦੁਖਦਾਈ ਹੈ ਉਹਨਾਂ ਲਈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਨਹੀਂ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੈ ਜਲੰਤ। ਹੁਣ ਬਸੰਤ ਵਿੱਚ ਤਾਂ ਸਾਡੇ ਦਾ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਬਸੰਤ ਦੀ ਰੁੱਤ ਵਿੱਚ ਉਹ ਜੀਵ, ਉਹ ਮਨੁੱਖ ਸੱਚਮੁੱਚ ਅੰਦਰੋਂ ਤਪੇ ਬੈਠੇ ਆ, ਉਹਨਾਂ ਲਈ ਬਸੰਤ ਦੇ ਫੁੱਲ ਵੀ ਅੱਗ ਦੇ ਅੰਗਿਆਰ ਬਣ ਜਾਂਦੇ ਨੇ ਜਿਨ੍ਹਾਂ ਅੰਦਰੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ। ਹੁਣ ਪਰ ਬਸੰਤ ਦਾ ਇਹ ਵੀ ਪੱਖ ਰੱਖਿਆ, ਅਸਲ 'ਚ ਇਹ ਇੱਕ ਮੌਸਮੀ ਤਿਉਹਾਰ ਵੀ ਹੈ ਹੋਲੀ। ਦੂਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਦਾ ਜ਼ਿਕਰ ਹੈ, ਹੋਲੀ ਸ਼ਬਦ ਦਾ ਮੈਂ ਹੁਣ ਅਰਜ਼ ਕੀਤੀ। ਪਰ ਇੱਕ ਘਟਨਾ ਉਸ ਧਰਤੀ ਵਿੱਚ ਪੁਰਾਣਕ ਇਤਿਹਾਸ ਨਾਲ, ਸ਼ਬਦ ਵਰਤਾਂ ਜਾਂ ਘਟਨਾ ਨਾਲ ਸੰਬੰਧਿਤ ਹੈ। ਉਸ ਵਿੱਚ ਪ੍ਰਹਿਲਾਦ ਦਾ ਤੇ ਹਰਨਾਕਸ਼ ਦਾ ਤੇ ਹੋਲਿਕਾ ਦਾ ਜ਼ਿਕਰ ਕੀਤਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਹਿਲਾਦ ਦਾ, ਹਰਨਾਕਸ਼ ਦਾ, ਉਸਤਾਦਾਂ ਦਾ, ਮਾਂ ਦਾ ਤੇ ਤਸੀਹੇ ਦੇਣ ਦਾ ਜ਼ਿਕਰ ਜ਼ਰੂਰ ਹੈ। ਇਹ ਸ਼ਬਦ ਸੁਣਿਓ ਆਪ, ਜਿਵੇਂ ਕਈ ਵਾਰੀ ਇਹਦੀ ਵੈਸੇ ਵਿਆਖਿਆ ਕੀਤੀ ਹੈ ਕਿ ਇਹਨਾਂ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਜਦੋਂ ਅਸੀਂ ਪੜ੍ਹਨੇ ਆ, ਮੈਂ ਅਕਸਰ ਕਹਿਣਾ ਵਾਂ ਕਿ ਇਸ ਗੱਲ ਨੂੰ ਕਹਿ ਦਿਓ ਨਹੀਂ ਜੀ ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ, ਇਹ ਤਾਂ ਬਹੁਤ ਪੁਰਾਣੀਆਂ ਨੇ। ਤੇ ਮੈਂ ਇੱਕ ਵਾਰ ਆਪ ਨੂੰ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਖੂਬਸੂਰਤੀ ਇਹ ਵੇ ਕਿ ਜਿਤਨੀ ਮਰਜ਼ੀ ਘਟਨਾ ਪੁਰਾਣੀ ਹੁੰਦੀ ਜਾਏ, ਗੁਰੂ ਗ੍ਰੰਥ ਸਾਹਿਬ ਉਹਦੀ ਵਿਆਖਿਆ ਹਮੇਸ਼ਾ ਵਰਤਮਾਨ ਵਿੱਚ ਹੀ ਕਰੇਗਾ। ਉਦਾਹਰਨ ਪੁਰਾਤਨ ਰਹੇਗੀ ਪਰ ਵਿਆਖਿਆ ਕਰਦਿਆਂ ਉਹ ਵਰਤਮਾਨ ਵਿੱਚ ਆਪਣੇ ਅਰਥ ਕਦੀ ਖਤਮ ਨਹੀਂ ਹੋਣ ਦੇਗੀ। ਜਿਵੇਂ ਇੱਕ ਥੋੜੀ ਜਿਹੀ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਉਹਨਾਂ ਦੀ ਬਾਣੀ ਅਸੀਂ ਤਕਰੀਬਨ ਸਾਰੀ ਗਿਣਦੀ ਹੈ। ਉਸ ਵਿੱਚ ਇੱਕ ਸ਼ਬਦ ਹੈ ਸੋਠ ਰਾਗ 'ਚ, ਤੇ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ, ਕਿਉਂਕਿ ਮੈਨੂੰ ਪਤਾ ਹੈ ਜਦੋਂ ਇਹ ਘਟਨਾਵਾਂ ਧਰੂ, ਪ੍ਰਹਿਲਾਦ, ਗਨਕਾ, ਅਜਾਮਲ, ਅਕਸਰ ਸਾਡੇ ਲੋਕ ਇਹ ਬੜੀਆਂ ਪੁਰਾਣੀਆਂ ਨੇ ਜੀ, ਇਹਨਾਂ ਦਾ ਸਿੱਖੀ ਨਾਲ ਕੀ ਸੰਬੰਧ। ਮੈਂ ਕਹਿੰਦਾ ਅਕਸਰ ਉਹ ਬੰਦਾ ਕਹੇਗਾ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਨਿੱਠ ਕੇ ਪਾਠ ਨਹੀਂ ਕੀਤਾ, ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੈ, ਉਹਦੀ ਜ਼ਬਾਨ ਤੋਂ ਕਦੀ ਇਹ ਸ਼ਬਦ ਨਹੀਂ ਨਿਕਲੇਗਾ ਸਾਡਾ ਇਹਨਾਂ ਨਾਲ ਕੀ ਸੰਬੰਧ। ਮੈਂ ਬੇਨਤੀ ਕਰਨ ਲੱਗਾ, ਸੁਣੋ। ਇੱਕ ਘਟਨਾ ਪੁਰਾਤਨ ਹੈ, ਉਹਦੇ ਵਰਤਮਾਨ ਵਿੱਚ ਅਰਥ ਕਿਵੇਂ ਟਾਲ ਦਿੱਤੇ। ਪੁਰਾਣੀ ਘਟਨਾ ਹੈ, ਜਿਵੇਂ ਸ਼ਬਦ ਹੈ ਸੋਠ ਮਹੱਲਾ 9ਵਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੁਣ ਇਹ ਜਿਹੜਾ ਸ਼ਬਦ ਹੈ, ਇਸ ਦੀਆਂ ਪਹਿਲੀਆਂ ਤੁਕਾਂ ਰਹਾਉ ਦੀਆਂ ਤੁਕਾਂ ਨੇ। ਇਸ ਵਿੱਚ ਸਤਿਗੁਰੂ ਇਸ ਗੱਲ ਨੂੰ ਦ੍ਰਿੜ ਕਰਾਉਣਾ ਚਾਹੁੰਦੇ ਨੇ, ਹੇ ਮੇਰੇ ਮਨਾ, ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ, ਉਸ ਦੀ ਵਿਚਾਰ ਕਰ, ਉਹਦੀ ਸ਼ਰਨ ਵਿੱਚ ਕਿੰਨਾ ਕੁ ਸੁੱਖ ਹੈ। ਤੇ ਦਾਸ ਬੇਨਤੀ ਕਰਦਾ, ਜਿਉਂ-ਜਿਉਂ ਅਸੀਂ ਇੱਕ ਇੱਕ ਤੁਕ ਪੜਾਂਗੇ, ਉਸ ਵਿੱਚ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਪੁਰਾਤਨ ਨੇ, ਪੁਰਾਣਾ ਵਿੱਚੋਂ ਆਈਆਂ ਨੇ। ਗੁਰੂ ਸਾਹਿਬ ਕਹਿੰਦੇ ਆ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ। ਇਹ ਬਹੁਤ ਜੁਗਾਂ ਪਹਿਲਾਂ ਵਾਪਰੀ ਘਟਨਾ ਹੈ, ਜਿਸ ਦਾ ਸਿਮਰਨ ਕਰਕੇ ਗਨਕਾ ਵਰਗੀ ਤਰ ਗਈ, ਪੁਰਾਤਨ ਹੋ ਗਈ ਨਾ। ਇਹਨੂੰ ਵਰਤਮਾਨ ਵਿੱਚ ਕਿਸ ਕਨਸੈਪਟ, ਕਿਸ ਸੰਦਰਭ 'ਚ ਲਿਆ ਜਾਏ। ਸਤਿਗੁਰਾਂ ਨੇ ਕਿਰਪਾ ਕੀਤੀ, ਇਹਦੀ ਕਥਾ ਅੱਜ ਕਰ ਲਓ, ਇਹਦੀ ਕਥਾ 1000 ਸਾਲ ਬਾਅਦ ਕਰ ਲਓ। ਚੇਤੇ ਰੱਖਿਓ, ਇਹ ਆਪਣੀ ਨਵੀਨਤਾ ਨੂੰ, ਆਪਣੇ ਵਰਤਮਾਨ ਨੂੰ ਕਦੀ ਵੀ ਖਤਮ ਨਹੀਂ ਹੁੰਦਾ ਹੈਗੀ। ਇਸ ਸੁਣਿਓ ਇਸ ਬੇਨਤੀ ਨੂੰ। ਅੱਧੀ ਅੱਧੀ ਤੁਕ ਪੁਰਾਤਨਤਾ ਹੈ, ਅੱਧੀ ਤੁਕ ਵਰਤਮਾਨਤਾ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉਰਤਾਰੋ। ਤਾਂ ਕੋ ਜਸ ਉਰਤਾਰੋ ਅੱਜ ਵੀ ਢੁਕੇਗਾ, ਕੱਲ ਨੂੰ ਵੀ ਢੁਕੇਗਾ। ਮੈਂ ਕਿਹਾ 1000 ਸਾਲ ਬਾਅਦ ਜਿਹੜੀ ਵੀ ਸੰਗਤ ਹੋਵੇਗੀ, ਜਿਹੜੀ ਸਾਡੀ ਜਨਰੇਸ਼ਨ ਆਏਗੀ, ਉਦੋਂ ਵੀ ਇਹ ਸ਼ਬਦ ਬਿਲਕੁਲ ਫਿੱਕਾ ਨਹੀਂ ਪਏਗਾ। ਸੱਚ ਇਹ ਉਦੋਂ ਵੀ ਇਹ ਸ਼ਬਦ ਜਿਹੜਾ ਹੈ ਆਪਣੇ ਪੂਰਨ ਅਰਥ ਵਰਤਮਾਨ ਵਿੱਚ ਹੀ ਰੱਖੇਗਾ। ਫਿਰ ਬੇਨਤੀ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਤਾਂ ਕੋ ਜਸ ਉਰਤਾਰੋ। ਤਾਂ ਕੋ ਜਸ ਉਰਤਾਰੋ, ਮੇਰੇ ਲਈ ਵੀ, ਆਪ ਲਈ ਵੀ। ਜਿੱਥੇ ਵੀ ਸ਼ਬਦ ਦੀ ਵਿਆਖਿਆ ਹੋਵੇਗੀ, ਉੱਥੇ ਖਰਜ ਗਿਆਸੂ ਨੂੰ ਸ਼ਬਦ ਕਹੇਗਾ, ਜੇ ਗਨਕਾ ਤਰ ਲਈ ਤੇ ਤੂੰ ਕਿਉਂ ਨਹੀਂ ਉਹਦੇ ਰੱਬ ਜਸ ਨੂੰ ਹਿਰਦੇ ਧਾਰਨ ਕਰਦਾ। ਅਗਲਾ ਬਚਨ ਹੈ, ਅਟਲ ਭਇਓ ਧਰੂ ਜਾਂ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਇਹ ਪੁਰਾਤਨਤਾ ਹੈ, ਪਰ ਅੱਗੇ ਨਵੀਨਤਾ ਕੀ ਹੈ। ਉਂਝ ਵੈਸੇ ਨਾ ਸਮਝਿਓ ਆਪਾਂ ਬਾਣੀ ਪੁਰਾਣੀ ਜਾਂ ਨਵੀਂ ਕਰ ਰਹੇ ਹਾਂ, ਮਨ ਨੂੰ ਸਮਝਾਉਣ ਲਈ ਕਿ ਇਹ ਪੁਰਾਣੀ ਘਟਨਾ ਹੈ। ਅਟਲ ਭਇਓ ਧਰੂ ਜਾਂ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਅੱਗੇ ਵਰਤਮਾਨ ਵਿੱਚ ਗੁਰੂ ਜੀ ਕਹਿੰਦੇ, ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਤਾਂਹੇ ਕਾਹੇ ਬਿਸਰਾਇਆ ਜਿਹੜਾ ਉਹ ਵਰਤਮਾਨ ਦੇ ਅਰਥ ਕਰ ਰਿਹਾ। ਗਨਕਾ ਦੀ ਪੁਰਾਤਨ ਉਦਾਹਰਨ, ਤਾਂ ਕੋ ਜਸ ਉਰਤਾਰੋ ਵਰਤਮਾਨ ਹੈ। ਅਟਲ ਭਇਓ ਧਰੂ ਜਾਂ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਦੁੱਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਇਹ ਵਰਤਮਾਨ ਹੈ। ਮਹਾਰਾਜ ਇਹ ਸ਼ਬਦ ਵਰਤ ਰਿਹਾ, ਤੈ ਕਾਹੇ ਬਿਸਰਾਇਆ। ਜਾਬੀ ਸ਼ਰਨ ਗਈ ਕਿਰਪਾ ਨਿਧ, ਗੱਜ ਗਰਾਹ ਤੇ ਛੂਟਾ। ਇਹ ਪੁਰਾਤਨ ਹੈ ਘਟਨਾ। ਤੇ ਅਗਲੇ ਸਾਲ ਆਪ ਪ੍ਰਬੰਧਕ ਵੀਰਾਂ ਨੂੰ ਪਤਲਾ ਹੋਣਾ ਹੈ, ਮੈਂ ਇਹ ਮਨਜੀਤ ਸਾਹਿਬ ਸ਼ਾਇਦ ਅਰਜ਼ ਕੀਤੀ ਸੀ, ਜਿਹੜਾ ਅਗਲੇ ਸਾਲ ਆ ਰਿਹਾ 2021, ਇਹ ਸਿੱਖਾਂ ਵਾਸਤੇ ਬੜੀ ਵੱਡੀ ਅਹਿਮੀਅਤ ਰੱਖਦਾ। ਲੇਖਾ ਜੋਖਾ ਕਰਨ ਦੇ ਲਈ ਵੀ ਤੇ ਗੁਰੂ ਦੀ ਉਪਮਾ ਕਰਨ ਲਈ ਵੀ। ਇੱਕ ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਆਗਮਨ ਪੁਰਬ ਆ ਰਿਹਾ ਹੈ, ਕਿਉਂਕਿ ਹਜ਼ੂਰ ਦਾ ਆਗਮਨ 1621 ਅੰਮ੍ਰਿਤਸਰ ਦੀ ਧਰਤੀ ਤੇ ਅਪ੍ਰੈਲ ਦੇ ਮਹੀਨੇ ਵਿੱਚ ਗੁਰੂ ਕੇ ਮਹਿਲ ਮਾਤਾ ਨਾਨਕੀ ਜੀ ਦੀ ਕੁੱਖ ਵਿੱਚੋਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਮੈਂ ਬੇਨਤੀ ਕੀਤੀ 1721 ਨੂੰ ਕਿਤੇ ਨਹੀਂ ਸਾਨੂੰ ਹਿਸਟਰੀ 'ਚ ਮਿਲਦਾ ਇਹਨੂੰ ਬੜੀ ਧੂਮਧਾਮ ਨਾਲ ਮਨਾਇਆ ਹੋਵੇ, ਕਿਉਂਕਿ 1721 ਨੂੰ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਚੁੱਕਾ। ਵਿਸ਼ਾ ਨਹੀਂ ਵੈਸੇ ਅੱਜ ਦਾ ਮੇਰਾ। ਉਸ ਵਕਤ ਸਿੱਖਾਂ ਦੇ ਉੱਤੇ ਅੱਤ ਦਾ ਜ਼ੁਲਮ ਹੋ ਰਿਹਾ। 1821 ਨੂੰ ਸਿੱਖ ਰਾਜ ਸਿਖਰ ਤੇ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੂਰੇ ਸਿਖਰ ਤੇ ਹੈ, ਪਰ ਕਿਸੇ ਇਤਿਹਾਸ 'ਚ ਨਹੀਂ ਮਿਲਦਾ ਕਿ 300 ਸਾਲਾ ਬਹੁਤ ਉਤਸ਼ਾਹ ਨਾਲ ਮਨਾਇਆ ਹੋਵੇ, ਵਾਹਿਗੁਰੂ 200 ਸਾਲਾ ਮਨਾਇਆ ਹੋਵੇ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ
1921 ਅਪ੍ਰੈਲ ਦੇ ਮਹੀਨੇ 'ਚ ਇਹ ਦਿਨ ਆਉਣਾ ਹੈ। ਪਰ 1921 ਨੂੰ ਇੰਨੀ ਵੱਡੀ ਘਟਨਾ ਵਾਪਰੀ ਜਿਨੇ ਸੱਚਮੁੱਚ ਪੰਥ ਨੂੰ ਅੰਦਰੋਂ ਖਲੂਣ ਕੇ ਰੱਖ ਦਿੱਤਾ। ਅਗਲੀ ਸਾਲ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਪੂਰੀ 1 ਸਦੀ ਹੋ ਜਾਣੀ ਹੈ, ਕਿਉਂਕਿ ਨਨਕਾਣਾ ਸਾਹਿਬ ਦਾ ਸਾਕਾ ਵੀ ਅਗਲੇ ਸਾਲ 1 ਸਦੀ ਮੁਕੰਮਲ ਹੈ। ਫਿਰ 1921 ਤੇ 2021 ਉਹ ਫਰਵਰੀ 'ਚ ਆਉਣਾ ਹੈ। ਇਹ ਸਤਿਗੁਰਾਂ ਦਾ ਜਿਹੜਾ ਪੁਰਬ ਅਪ੍ਰੈਲ ਵਿੱਚ ਆਉਣਾ ਹੈ। 1921 'ਚ ਵਾਪਰੀ ਘਟਨਾ ਮਹੰਤਾਂ ਕੋਲ ਕਬਜ਼ਾ ਸੀ, ਪਰ ਮੈਂ ਤਾਂ ਕਿਹਾ ਲੇਖਾ ਜੋਖਾ ਕਰਨ ਵਾਸਤੇ ਅਗਲਾ ਸਾਲ ਤਾਂ ਹੈ। 1921 ਨੂੰ ਚੱਲਿਆ ਹੋਇਆ ਪ੍ਰਬੰਧ ਉਹ 2021 ਨੂੰ ਕਿੱਥੇ ਜਾ ਕੇ ਖਲੋ ਗਿਆ ਹੈ। ਇਹ ਵੀ ਤਕੜੀ ਤੋਲ ਕੇ ਦੇਖਣ ਵਾਲੀ ਗੱਲ ਹੈ। ਮੈਂ ਬੇਨਤੀ ਕਰਾਂ, ਅਗਲੇ ਸਾਲ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਆਗਮਨ ਗੁਰਪੁਰਬ ਹੈ। ਸ਼ਹਾਦਤ ਵਾਲਾ ਦਿਨ ਤਾਂ ਸਿੱਖਾਂ ਮਨਾਇਆ, ਪਰ ਮੈਂ ਬੇਨਤੀ ਕਰਾਂਗਾ ਸ਼ਾਇਦ ਭੁੱਲਾਨਾ ਸਿੱਖ ਜਗਤ ਵਿੱਚ ਸਭ ਤੋਂ ਜ਼ਿਆਦਾ ਇਹ ਸਮਾਂ ਸਾਡੀ ਖੁਸ਼ਕਿਸਮਤੀ, ਸਾਡੀ ਹਯਾਤੀ ਵਿੱਚ ਆਇਆ ਹੈ ਕਿ ਸਿੱਖਾਂ ਨੇ ਇਹ ਦਿਨ ਅਗਲੇ ਸਾਲ ਬੜੀ ਸ਼ਰਧਾ ਨਾਲ ਮਨਾਉਣਾ ਹੈ। ਪਰ ਹੋ ਸਕਦਾ ਨਹੀਂ ਹੋਇਆ ਹੈ। ਜੋ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਸੀ, ਮੈਂ ਇਹ ਵੀ ਦੇਖੀ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਅਰਧ ਸ਼ਤਾਬਦੀ ਵੀ ਦੇਖੀ। ਇਸ ਗੱਲ ਨੂੰ ਮੈਂ ਇਹ ਸੁਲਤਾਨਪੁਰ ਵੀ ਕਹੀ ਸੀ, ਲਾਈਵ ਕਹੀ ਸੀ। ਮੈਂ ਕਿਹਾ ਸੀ ਇਹਨਾਂ ਨੂੰ ਘੱਟੋ ਘੱਟ ਚਾਹੀਦੇ ਇਸ ਪ੍ਰਬੰਧਕੀ ਢਾਂਚੇ ਨੂੰ, ਇਹਨਾਂ ਨੂੰ ਬਿਹਾਰ ਤੋਂ ਸਿਸਟਮ ਲਿਆਉਣਾ ਚਾਹੀਦਾ ਸੀ। ਜਿਸ ਬੰਦੇ ਨੇ ਇੰਨੀ ਭਾਵਨਾ ਨਾਲ ਮਨਾਈ, ਉਹਦੇ ਬਰਾਬਰ ਮੈਂ ਖਿਮਾ ਕਰਿਓ 5% ਵੀ ਅਸੀਂ ਕੰਮ ਨਹੀਂ ਕਰ ਸਕੇ। 5% ਵੀ ਮੈਂ ਕਲਪ ਨਹੀਂ ਰਿਹਾ, ਕਿਉਂਕਿ ਸਾਡੇ ਅੰਦਰ ਦੀ ਨੀਅਤ ਖੋਟੀ ਸੀ। ਜਦੋਂ ਅੰਦਰ ਨੀਅਤ ਰਾਸ ਹੋਵੇ, ਸੱਚ ਇਹ ਵੇ ਤੱਪੜ ਤੇ ਬੈਠੇ ਹੋ ਤੇ ਸੱਚਖੰਡ ਬਣ ਜਾਂਦਾ ਹੈ। ਜੇ ਅੰਦਰ ਖੋਟੀ ਹੋਵੇ ਤੇ ਕਰੋੜਾਂ ਦੇ ਟੈਂਟ ਵਿੱਚ ਵੀ ਪੱਲੇ ਕੁਝ ਨਹੀਂ ਪੈਂਦਾ ਹੁੰਦਾ। ਸਭ ਕੁਝ ਨੀਅਤ ਤੇ ਨਿਰਭਰ ਕਰਦਾ। ਮੈਂ ਚਲੋ ਜਿਹੜੀ ਬੇਨਤੀ ਕਰਨ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਅਗਲੇਰਾ ਸਾਲ ਆ ਰਿਹਾ ਹੈ। ਮੈਨੂੰ ਆਸ ਹੈ ਕਿ ਆਪ ਦੋਵੇਂ ਦਿਨ ਬੜੀ ਭਾਵਨਾ ਨਾਲ ਮਨਾਓਗੇ। ਸਤਿਗੁਰਾਂ ਨੇ ਜਿਹੜਾ ਸ਼ਬਦ ਕਿਹਾ, ਮੈਂ ਫਿਰ ਉਸ ਵਿਸ਼ੇ ਤੇ ਆਉਣ ਲੱਗਾ ਥੋੜਾ ਜਿਹਾ ਕਿ ਪੁਰਾਤਨਤਾ ਨੂੰ ਵਰਤਮਾਨਤਾ। ਹੁਣ ਬਾਬਰ ਦੇ ਖਮਨੇ ਨਾਲ 4 ਸ਼ਬਦ ਨੇ, ਹੈ ਤਾਂ ਉਹ ਇਤਿਹਾਸਕ ਤੱਥ, ਪਰ ਆਪਾਂ ਜਦੋਂ ਸ਼ਬਦ ਪੜਾਂਗੇ, ਉਹਦੀ ਕਥਾ ਕਰਾਂਗੇ, ਸਤਿਗੁਰੂ ਕਦੀ ਵੀ ਇਤਿਹਾਸਕ ਤੱਥ ਵਿੱਚੋਂ ਪਰਮਾਤਮਾ ਦੀ ਯਾਦ ਨੂੰ, ਪਰਮੇਸ਼ਵਰ ਦੇ ਚਿੰਤਨ ਨੂੰ, ਉਹਦੇ ਹੁਕਮ ਨੂੰ ਤੇ ਭਾਣੇ ਨੂੰ ਸ਼ਬਦ ਤੋਂ ਵੱਖ ਨਹੀਂ ਹੋਣ ਦੇਣਗੇ। ਇਸ ਕਰਕੇ ਮੈਂ ਥੋੜਾ ਜਿਹਾ ਜੀ ਬੇਨਤੀ ਕਰਨ ਲੱਗਾ, ਜਿਹੜੀ ਗੱਲ ਕਰਨੀ ਹੈ ਕਿ ਜਦੋਂ ਵੀ ਪੁਰਾਤਨ ਘਟਨਾ ਅਸੀਂ ਪੜਾਂਗੇ, ਬਾਣੀ ਸਾਨੂੰ ਉਸ ਪੁਰਾਤਨ ਘਟਨਾ ਚੋਂ ਸਾਡੇ ਵਰਤਮਾਨ ਵੀ ਸਾਡੇ ਜੀਵਨ ਲਈ ਕਹੇਗੀ। ਫਿਰ ਮੈਂ ਬੇਨਤੀ ਕਰਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾਂ ਕੈ ਸਿਮਰਨ ਅਰ ਨਿਰਪੈ ਪਦ ਪਾਇਆ, ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਈ ਕਿਰਪਾ ਨਿਤ ਗੱਜ ਗਰਾਹ ਤੇ ਝੂਟਾ। ਹਾਥੀ ਛੁੱਟ ਗਿਆ। ਅੱਜ ਵਿਦਵਾਨ ਨਹੀਂ ਸੁਣਾਏਗਾ, ਕਿਉਂਕਿ ਇਹਦੇ ਮਨ 'ਚ ਕਿੰਨੇ, ਜਦੋਂ ਬੰਦਾ ਸੁਣਾਉਣ ਵਾਲਾ ਹੀ ਸ਼ੰਕਾ ਗ੍ਰਸਤ ਹੋ ਜਾਏ ਤੇ ਸੁਣਨ ਵਾਲੇ ਦਾ ਅੰਦਰ ਕਿੱਥੇ ਭਰੋਸਾ ਬਚ ਸਕੇਗਾ। ਹੁਣ ਹਾਥੀ ਨੇ ਸ਼ਰਨ ਗਈ, ਉਹਨੇ ਪੁਕਾਰਿਆ, ਤੇ ਅੱਜ ਦਾ ਵਿਆਖਿਆ ਕਰਨ ਵਾਲੇ ਤੇ ਕਹਿੰਦਾ ਹਾਥੀ ਤੇ ਚੀਕਾਂ ਮਾਰਦਾ, ਇਹਨੇ ਕੀ ਪੁਕਾਰਿਆ ਜੀ। ਦੇਖੋ ਹੁਣ ਸ਼ਬਦ ਇਹ ਬੜੀ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਆਇਆ, ਜਬ ਹੀ ਸ਼ਰਨ ਗਈ ਕਿਰਪਾ ਨਿਤ ਗੱਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ। ਰਾਮ ਕਹਿਤ ਬੰਧਨ ਤੇ ਟੂਟਾ ਅੱਜ ਦੀ ਵਿਆਖਿਆ ਕਰੇਗਾ। ਅਜਾ ਮਲ ਪਾਪੀ ਜਗ ਜਾਣੈ, ਨਿਮਖ ਮਾਹਿ ਨਿਸਤਾਰਾ। ਤੇ ਗੁਰੂ ਜੀ ਕਹਿੰਦੇ ਨੇ ਇਹ 4 ਘਟਨਾਵਾਂ, 4 ਇਤਿਹਾਸਕ ਗੱਲਾਂ ਕਰਨ ਦਾ ਮਤਲਬ ਇਹ ਵੇ ਕਿ ਮਨਾ ਤੂੰ ਵੀ ਇਸ ਪਾਸੇ ਤੁਰ। ਅਜਾ ਮਲ ਪਾਪੀ ਜਗ ਜਾਣੈ, ਨਿਮਖ ਮਾਹਿ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ, ਤੈ ਪੀ ਉਤਰੈ ਪਾਰਾ। ਤੈ ਪੀ ਉਤਰੈ ਪਾਰਾ, ਤਾਂ ਕੋ ਜਸ ਉਰਤਾਰੋ। ਪੁਰਾਤਨ ਘਟਨਾ ਹੈ, ਪਰ ਵਰਤਮਾਨ ਵਿੱਚ ਇਹਦੀ ਵਿਆਖਿਆ ਕਰ ਰਹੀ ਹੈ ਕਿ ਜੇ ਇਹ ਬੰਦੇ ਤਰ ਗਏ ਤੇ ਮਨਾ ਤੂੰ ਵੀ ਪਰਮਾਤਮਾ ਦੀ ਬੰਦਗੀ ਕਰ, ਤੇਰਾ ਵੀ ਪਾਰ ਉਤਾਰਾ ਹੋ ਜਾਏ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਜਦੋਂ ਹੋਲੀ ਦਾ ਪੁਰਾਣ, ਇੱਕ ਮੈਂ ਬੇਨਤੀ ਕੀਤੀ ਮੌਸਮੀਅਤ ਤਿਉਹਾਰ, ਦੂਜੀ ਮੈਂ ਅਰਜ਼ ਕੀਤੀ ਉੱਥੋਂ ਦੇ ਵਸਨੀਕਾਂ ਦਾ ਪੁਰਾਣ ਨਾਲ ਸੰਬੰਧੀ ਜੁੜੀ ਘਟਨਾ।
ਕਿ ਪ੍ਰਹਿਲਾਦ ਦਾ ਤੇ ਹਰਨਾਕਸ਼ ਦਾ ਆਪਸੀ ਤਾਲਮੇਲ ਨਾ ਬਹਿਣਾ, ਪੁੱਤਰ ਦੇ ਪਿਓ ਦੀ ਵਿਚਾਰ ਵੱਖਰੀ ਵੱਖਰੀ ਹੋਣੀ, ਇਹ ਆਪ ਸਭ ਨੂੰ ਪਤਾ ਹੈ। ਹਰਨਾਕਸ਼ ਸਿਰਫ ਆਪਣੀ ਪੂਜਾ ਪ੍ਰਤਿਸ਼ਠਾ ਚਾਹੁੰਦਾ ਹੈ। ਪ੍ਰਹਿਲਾਦ ਦੇ ਅੰਦਰ ਪ੍ਰਮਾਤਮਾ ਨੇ ਸੱਚ ਦੀ ਚਿੰਗਾਰੀ ਰੱਖੀ। ਉਹ ਕਹਿੰਦਾ ਨਹੀਂ, ਬਾਪ ਮੇਰੇ ਦੀ ਤਪੱਸਿਆ ਘਾਲਣਾ ਜ਼ਰੂਰ ਹੈ, ਪਰ ਇਹ ਇੱਕ ਓੰਕਾਰ ਪ੍ਰਮਾਤਮਾ ਦੀ ਸ਼ਰੀਕੀ ਨਹੀਂ ਕਰ ਸਕਦਾ, ਉਹਦਾ ਸ਼ਰੀਕ ਨਹੀਂ ਬਣ ਸਕਦਾ। ਉਸ ਘਟਨਾ ਨੂੰ ਲੈ ਕੇ ਗੁਰੂ ਅਮਰਦਾਸ ਦੀ ਬਾਣੀ 'ਚ ਬੜੀ ਵਾਰੀ ਜ਼ਿਕਰ ਆਇਆ। ਗੁਰੂ ਰਾਮਦਾਸ ਦਾ ਰੋਜ਼ ਤੁਸੀਂ ਅਖੀਰਲਾ ਬਚਨ ਹੀ ਪੜ੍ਹਦੇ ਹੋ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਰੋਜ਼ ਪੜਿਆ ਜਾਂਦਾ। ਬਾਬਾ ਜੀ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਇਸ ਘਟਨਾ ਨੂੰ ਸਾਰੇ ਅਸੀਂ ਜਾਣਦੇ ਬਿਲਕੁਲ ਸੰਖੇਪ ਜੀ, ਕਿ ਜੋ ਹਿੰਦੁਸਤਾਨ ਵਿੱਚ ਇੱਕ ਇਹ ਵੀ ਤੱਥ ਹੈ, ਉਂਝ ਤਾਂ ਹੋਲੀ ਦੇ ਸੰਬੰਧ ਵਿੱਚ ਬਹੁਤ ਕੁਛ ਇਹਨਾਂ ਦਾ ਸਾਹਿਤ ਭਰਿਆ ਪਿਆ ਹੈ, ਪਰ ਜਿਹੜੀ ਘਟਨਾ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਉਹਦਾ ਜ਼ਿਕਰ ਕਰਾਂਗੇ। ਪ੍ਰਹਿਲਾਦ ਪਰਮੇਸ਼ਵਰ ਦੀ ਇਬਾਦਤ ਕਰਦਾ ਹੈ, ਬਾਪ ਚਾਹੁੰਦਾ ਹੈ ਕਿ ਕੇਵਲ ਮੇਰਾ ਹੀ ਨਾਮ ਹੋਵੇ। ਮੈਂ ਇੱਕ ਵਾਰ ਅਰਜ਼ ਕੀਤੀ ਕਿ ਜਿਸ ਅੰਦਰ ਸੱਚ ਪੈਦਾ ਹੋ ਜਾਏ, ਪਰ ਫਿਰ ਮੈਂ ਬੇਨਤੀ ਕਰਾਂਗਾ ਕਿ ਸੱਚ ਨੂੰ ਵੀ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਪੜ੍ਹਨਾ ਪਏਗਾ। ਸੱਚ ਕੀ ਹੈ? ਕਿਉਂਕਿ ਅੱਜ ਸੱਚ ਦੀ ਇੰਨਾ ਭੰਬਲ ਭੂਸਾ ਪਿਆ ਹੋਇਆ, ਪਤਾ ਹੀ ਕੋਈ ਨਹੀਂ ਲੱਗਦਾ ਪਿਆ। ਹਰ ਬੰਦਾ ਹੀ ਕਹਿੰਦਾ ਮੈਂ ਸੱਚਿਆਰ ਆ, ਮੇਰੇ ਤੋਂ ਵੱਧ ਸੱਚ ਕੋਈ ਨਹੀਂ ਬੋਲਦਾ, ਮੇਰੇ ਵਰਗਾ ਸੱਚਿਆਰ ਕੋਈ ਨਹੀਂ। ਖੈਰ, ਮੈਂ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਸ ਅੰਦਰ ਰੂਹਾਨੀਅਤ ਸੱਚ ਦਾ ਇੱਕ ਕਿਣਕਾ ਵੀ ਪੈਦਾ ਹੋ ਜਾਂਦਾ ਹੈ, ਉਸ ਦੇ ਧੁਰ ਅੰਦਰ ਦੇ ਵਿਸ਼ਵਾਸ ਨੂੰ ਨਾ ਖੂਨ ਦਾ ਰਿਸ਼ਤਾ ਤੋੜ ਸਕਦਾ, ਨਾ ਵਿਦਵਾਨਾਂ ਦੀਆਂ ਘੁੰਤਰਾਂ ਦਲੀਲਾਂ ਤੋੜ ਸਕਦੀਆਂ ਨੇ। ਸੱਚ ਇਹ ਵੇਖੋ, ਉਹਦੇ ਅੰਦਰ ਦੇ ਵਿਸ਼ਵਾਸ ਨੂੰ ਮੌਤ ਦਾ ਭੈ ਵੀ ਨਹੀਂ ਤੋੜ ਸਕਦਾ। ਜੇ ਪ੍ਰਹਿਲਾਦ ਦੇ ਜੀਵਨ ਨੂੰ ਪੜ੍ਹੀਏ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਸ ਬੰਦੇ ਨੂੰ, ਉਸ ਨਿੱਕੇ ਜਿਹੇ ਬੱਚੇ ਨੂੰ ਅੰਦਰੋਂ ਡੁਲਾਉਣ ਦੇ ਲਈ ਬਾਹਰ ਦੇ ਕਿਸੇ ਬੰਦੇ ਨੇ ਹਮਲਾ ਨਹੀਂ ਕੀਤਾ। ਇਹ ਨਹੀਂ ਕਿ ਗਵਾਂਢੀ ਰਾਜ ਦਾ ਮਾਲਕ ਚੜ੍ਹ ਕੇ ਆ ਗਿਆ, ਹਰਨਾਕਸ਼ ਦਾ ਵਿਰੋਧੀ ਆ ਗਿਆ, ਉਹਨੇ ਪ੍ਰਹਿਲਾਦ ਨੂੰ ਤਸੀਹੇ ਦਿੱਤੇ। ਗੁਰੂ ਗ੍ਰੰਥ ਸਾਹਿਬ ਮੁਤਾਬਕ ਪ੍ਰਹਿਲਾਦ ਦੇ ਅੰਦਰ ਨੂੰ ਡੁਲਾਉਣ ਦੇ ਲਈ ਕੇਵਲ ਤਾਂ ਕੇਵਲ ਪਰਿਵਾਰ ਨੇ ਜ਼ੋਰ ਲਾਇਆ, ਤੇ ਉਹਨੂੰ ਮਾਰਨ ਵਾਸਤੇ ਵੀ ਮਾਂ ਤੇ ਬਾਪ ਨੇ ਜ਼ੋਰ ਲਾਇਆ। ਮੈਂ ਮਾਂ ਬਾਪ ਸ਼ਬਦ ਵਰਤਿਆ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਥੋੜੇ ਜਿਹੇ ਦੇ ਅਰਥ ਆਪਾਂ ਕਰ ਲੈਂਦੇ ਹਾਂ। ਇਹ ਸ਼ਬਦ ਹੈ ਕਿ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮ ਹੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ, ਚਟਿਆ ਸਭੈ ਬਿਗਾਰੇ। ਰਾਮ ਨਾਮ ਜਪਵੋ ਕਰੈ, ਹਿਰਦੈ ਹਰਜੀ ਕੋ ਸਿਮਰਨ ਧਰੈ। ਇਹ ਭਗਤ ਨਾਮਦੇਵ ਜੀ, ਹਿਰਦੈ ਹਰਜੀ ਕੋ ਸਿਮਰਨ ਧਰੈ, ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿਨ ਤੋ ਔਰੈ ਠਾਨੀ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗੇਰ ਤਰ ਜਲ ਜਵਾਲਾ, ਭੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਇਹਦੇ ਥੋੜੇ ਜਿਹੇ ਅਰਥ ਹੈ। ਸਾਰੀ ਘਟਨਾ ਪੁਰਾਣਿਕ, ਮੈਂ ਆਪ ਨੂੰ ਕਿਹਾ ਕਿ ਹੈ ਸਭ ਇਹ ਪੁਰਾਣ ਵਿੱਚੋਂ ਆਇਆ ਹੋਇਆ। ਹੁਣ ਇਸ ਵਿੱਚ ਗੁਰੂ ਜੀ ਕਹਿੰਦੇ ਸੰਡਾ ਮਰਕਾ, ਇਹ ਕਿਹਾ ਜਾਂਦਾ ਹੈ ਕਿ ਪ੍ਰਹਿਲਾਦ ਨੂੰ ਤਾਲੀਮ ਦੇਣ ਵਾਲੇ ਜਿਹੜੇ ਦੋ ਉਸਤਾਦ ਸਨ, ਜਿਨ੍ਹਾਂ ਨੂੰ ਮਾਸਟਰ ਟੀਚਰ ਕਹਿ ਲਓ, ਇੱਕ ਦਾ ਨਾਮ ਸੰਡਾ ਤੇ ਇੱਕ ਦਾ ਨਾਮ ਅਮਰਕ ਸੀ। ਇਹ ਦੋ ਉਸਤਾਦ ਸਨ। ਪਹਿਲੀ ਗੱਲ ਕਿ ਬੱਚੇ ਦੇ ਅੰਦਰ ਇਹ ਜਗਿਆਸਾ ਕੁਦਰਤੀ ਤੌਰ ਤੇ ਪੈਦਾ ਹੋ ਗਈ ਪਰਮਾਤਮਾ ਵੱਲੋਂ, ਤੇ ਉਂਝ ਵੈਸੇ ਪਰਮੇਸ਼ਵਰ ਦੀ ਖੇਡ ਹੈ। ਮੈਂ ਕਈ ਵਾਰੀ ਸੋਚਣਾ, ਕਈ ਵਾਰੀ ਪਰਮਾਤਮਾ ਤੂੰ ਆਪੇ ਦਿਨਾਂ 'ਚ ਬੰਦੇ ਨੂੰ ਐ ਸਿਖਰ ਤੇ ਚੜਾ ਦੇਣਾ, ਤੇਰੀ ਖੇਡ ਹੈ ਨਾ। ਛਾਲਾ ਮਾਰਦਿਆ ਪਤਾ ਨਹੀਂ ਬੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ। ਜਿੱਦਣ ਸੱਟਣ ਲੱਗਣਾ ਸੱਚੀ ਮੁੱਚੀ ਜਿੰਨਾ ਇੱਜ਼ਤ ਮਾਨ ਦੇਣਾ, ਕਈ ਵਾਰੀ ਬੰਦਾ ਇਹੋ ਜਿਹਾ ਤਿਲਕਦਾ ਕਿ ਬਿਲਕੁਲ ਮਿੱਟੀ ਵਿੱਚ ਰੁਲ ਕੇ ਰਹਿ ਜਾਂਦਾ ਹੈ। ਤਾਂ ਤੇਰੀ ਖੇਡ ਨਾ। ਹੁਣ ਇਹ ਆਪਾਂ ਇਹ ਨਾ ਸਮਝੋ ਬਾ ਪਰਮਾਤਮਾ ਬੇਇੱਜ਼ਤੀ ਕਰਦਾ, ਉਹਦੀ ਰਚਨਾ ਹੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜਾ ਆਕਾਸ਼ ਗਿਰਾਵੇ, ਜ਼ਮੀਨ ਤੋਂ ਬੈਠੇ ਨੂੰ ਅਸਮਾਨ ਤੱਕ ਲੈ ਜਾਂਦਾ। ਤੇ ਜਦੋਂ ਸੱਟਣ ਲੱਗਦਾ ਪਿਆਰਿਓ ਅਸਮਾਨ ਤੇ ਇਹੋ ਜਿਹਾ ਸੱਟਦਾ ਬੰਦੇ ਦਾ ਬਚਦਾ ਹੀ ਕੁਛ ਨਹੀਂ। ਹੁਣ ਹਰਨਾਕਸ਼ ਨੂੰ ਕਦੀ ਇਹ ਸੋਚਿਆ ਉਹਨੇ ਕਿ ਮੇਰੇ ਵਾਸਤੇ ਕੋਈ ਦੁਖਦਾਈ ਹੋ ਸਕਦਾ?
ਉਹਦੇ ਮਨ 'ਚ ਇੱਕੋ ਮਾਂ ਕਹਿ ਰਹੀ ਹੈ ਕਿ ਤੇਰੇ ਪਿਓ ਨੇ ਸਾਰੀ ਧਰਤੀ ਵਸ ਕੀਤੀ। ਉਹਨੂੰ ਇਹ ਸੀ ਕਿ ਪਰਜਾਂ ਵਿੱਚ ਮੇਰਾ ਕੋਈ ਬਾਗੀ, ਮੇਰਾ ਕੋਈ ਵਿਰੋਧੀ ਨਹੀਂ। ਪਰਮਾਤਮਾ ਨੇ ਉਹਦੀ ਪਿੱਠ ਲਾਉਣ ਵਾਸਤੇ ਉਹਦੇ ਘਰ ਹੀ ਪੁੱਤਰ ਪੈਦਾ ਕਰ ਦਿੱਤਾ। ਜਾ ਤੂੰ ਆਪਣੇ ਘਰ ਵਿੱਚ ਇਹੋ ਜਿਹਾ ਡਿੱਗੇਗਾ, ਬਾਹਰਦਿਆਂ ਦੀ ਗੱਲ ਤਾਂ ਤੂੰ ਛੱਡ। ਮੈਂ ਸਿਰਫ ਜਿਹੜੀ ਉੱਥੇ ਸੰਡਾ ਮਰਕਾ ਦੋਨੋਂ ਉਸਤਾਦ ਨੇ, ਉਹਨਾਂ ਨੇ ਪੜ੍ਹਾਇਆ ਵੀ ਬੱਚੇ ਤੂੰ ਆਪਣੇ ਬਾਪ ਦਾ ਨਾਮ ਜਪ, ਜਾਂ ਜੋ ਨਾ ਕਿਹਾ। ਪਰ ਸੱਚ ਇਹ ਵੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿੰਨਾ ਉਹਨੂੰ ਸਮਝਾਇਆ ਵੀ ਤੂੰ ਇਹ ਕੰਮ ਨਾ ਕਰ, ਉਹ ਸੁਣੀ ਗਿਆ। 2 ਦਿਨ ਪੜ੍ਹਾਇਆ, 4 ਦਿਨ ਪੜ੍ਹਾਇਆ। ਇੱਕ ਦਿਨ ਜਦੋਂ ਉਹਨਾਂ ਕਿਹਾ 10 ਸਬਕ ਸੁਣਾ, ਉਸ ਪ੍ਰਹਿਲਾਦ ਨੇ ਗੁਰੂ ਗ੍ਰੰਥ ਸਾਹਿਬ ਜੋ ਨੇ ਸ਼ਬਦ ਪੜ੍ਹੇ, ਉਹਨੇ ਤਾੜੀਆਂ ਮਾਰੀਆਂ। ਬੱਚਿਆਂ ਨੂੰ ਨਾਲ, ਆਪਣੀ ਉਮਰ ਦੇ ਬੱਚਿਆਂ ਨੂੰ, ਖਮ ਜਮਾਤੀਆਂ ਨੂੰ, ਉਹ ਕਹਿੰਦਾ ਤੁਸੀਂ ਇਹਨਾਂ ਦੇ ਪ੍ਰਭਾਵ ਥੱਲੇ ਆ ਕੇ ਐਵੇਂ ਝੂਠ ਵਾਲੇ ਪਾਸੇ ਨਾ ਤੁਰੋ। ਮੇਰਾ ਬਾਪ ਸਤ ਨਹੀਂ, ਸਤ ਕੇਵਲ ਪਰਮਾਤਮਾ ਦਾ ਨਾਮ ਹੈ। ਇਹਦਾ ਮਤਲਬ ਕਿ ਵਿਦਵਾਨ ਦਾ ਤਰਕ, ਵਿਦਵਾਨ ਦੀ ਦਲੀਲ, ਬੱਚੇ ਦੀ ਉਮਰ 5-6 ਸਾਲ ਦੀ ਤੇ ਪੜ੍ਹਾਉਣ ਵਾਲੇ ਦੀ ਆਰਬਲਾ, ਉਹਨੇ ਕਿੰਨੇ ਬੰਦੇ ਪੜ੍ਹਾਏ, ਪਰ ਇੱਕ ਬੱਚੇ ਵਿੱਚ ਸਿਮਰਨ ਦਾ ਕਿਣਕਾ ਪੈਦਾ ਹੋ ਜਾਏ ਤੇ ਜਿੰਨੇ ਮਰਜ਼ੀ ਗ੍ਰੰਥ ਪੜ੍ਹੇ ਕੋਣ, ਉਹਦੀ ਕੋਈ ਦਲੀਲ ਸਿਮਰਨ ਵਾਲੇ ਤੇ ਅਸਰ ਕਰ ਹੀ ਨਹੀਂ ਸਕਦੀ, ਕਿਉਂਕਿ ਉਹ ਚੱਕ ਚੁੱਕਾ ਹੈ। ਮੈਂ ਫਿਰ ਇਹ 2 ਤੁਕਾਂ ਪੜਾਂਗਾ। ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮ ਹੀ ਪਚਹਾਰੇ, ਰਾਮ ਕਹੇ ਕਰਤਾਲ ਬਜਾਵੇ, ਚਟਿਆ ਸਭੈ ਵਿਗਾਰੇ। ਇਹਨੇ ਬਾਕੀ ਵੀ ਵਿਗਾੜ ਦਿੱਤੇ। ਅੱਗੇ ਫਿਰ ਦੇਖੋ, ਪਹਿਲੀ ਗੱਲ ਉਸਤਾਦ ਦਾ ਗਿਆਨ, ਹੁਣ ਮਾਂ ਦੀ ਮਮਤਾ ਹੈ। ਮੈਂ ਕਈ ਵਾਰੀ ਸੋਚਣਾ, ਬੰਦੇ ਸਾਹਮਣੇ ਜਦੋਂ ਮੋਹ ਆ ਜਾਂਦਾ ਹੈ ਨਾ, ਪਰਿਵਾਰ ਦੇ ਕਿਸੇ ਰੂਪ ਵਿੱਚ ਵੀ ਆਵੇ, ਸੱਚੀ ਮੁੱਚੀ ਕਈ ਵਾਰੀ ਅੰਦਰ ਥਿੜਕ ਜਾਂਦਾ ਹੈ। ਪ੍ਰਹਿਲਾਦ ਦੇ ਸਾਹਮਣੇ ਇੱਕ ਮੋਹ ਦੀ ਮੂਰਤ ਆਈ। ਜਿਸ ਮਾਂ ਨੇ ਜਨਮ ਦਿੱਤਾ, ਜਿਹਨੇ ਦੁੱਧ ਪਿਆਇਆ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਗੋਦੀ 'ਚ ਬਿਠਾ ਕੇ ਕਹਿੰਦੀ ਮੇਰੇ ਬੱਚੇ, ਤੇਰੇ ਬਾਪ ਨੇ ਸਭ ਕੁਝ ਵਸ ਕੀਤਾ, ਤੂੰ ਛੱਡ ਦੇ ਆਪਣੀ ਜਿੱਦ। ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰੈ ਠਾਨੀ। ਮਾਂ ਦੀ ਗੋਦ 'ਚ ਬੈਠਾ ਕਹਿੰਦਾ ਨਾ, ਦੁੱਧ ਤੇਰਾ ਪੀਤਾ, ਪਰ ਇੰਨਾ ਧੱਕਾ ਨਾ ਕਰ, ਬਾਪ ਮੇਰਾ ਗਲਤ ਹੈ। ਇਹਦਾ ਮਤਲਬ ਮਾਂ ਦੀ ਮਮਤਾ ਵੀ ਸੱਚ ਤੇ ਅਸਰ ਨਾ ਕਰ ਸਕੀ। ਤੀਸਰਾ ਬੰਦੇ ਕੋਲ ਅਖੀਰ ਤੇ ਹੀਲਾ ਰਹਿੰਦਾ ਹੈ। ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਜਦੋਂ ਵੀ ਕੋਈ ਸੱਚ ਨੂੰ ਕਮਾਉਣ ਵਾਲਾ ਨਹੀਂ ਝੁਕਦਾ, ਤੀਸਰਾ ਤਰੀਕਾ ਹੁੰਦਾ ਵੀ ਇਸ ਬੰਦੇ ਨੂੰ ਸਰੀਰਕ ਤੌਰ ਤੇ ਖਤਮ ਕਰ ਦਿਓ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਜਿੰਨਾ ਜੰਮਿਆ ਇਹਨਾਂ ਦੁਸ਼ਟਾਂ ਦੀ ਚੌਂਕੜੀ, ਦੁਸ਼ਟ ਸਭਾ ਮਾਰ ਲਈ ਸ਼ਬਦ ਵਰਤਿਆ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈਂ ਔਦ ਕਨੇਰੀ। ਉਂਝ ਅਖਰੀ ਅਰਥ ਨੇ ਇਹਦੀ ਉਮਰ ਲੰਮੀ ਕਰ ਦਈਏ, ਪਰ ਇਹਦਾ ਮਤਲਬ ਇਹਨੂੰ ਮਾਰ ਦਈਏ। ਕਰ ਸੈਂ ਔਦ ਕਨੇਰੀ ਦਾ ਅਰਥ ਹੈ ਹੀ ਹੈ ਨਾ ਵੀ ਇਹਦੀ ਉਮਰ ਲੰਮੀ ਹੋ ਜਾ, ਕਨੇਰੀ। ਪਰ ਇਹਦਾ ਭਾਵ ਅਰਥ ਇਹਨੂੰ ਮਾਰ ਦੀ, ਜਿਵੇਂ ਕਹਿੰਦੇ ਆ ਦੀਵਾ ਵੱਡਾ ਕਰ ਦਿਓ, ਪਰ ਮਤਲਬ ਤਾਂ ਇਹ ਦੀਵਾ ਬੁਝਾ ਦਿਓ। ਅਸੀਂ ਕਹਿੰਦੇ ਆ ਦੁਕਾਨ ਵਧਾ ਦਿਓ, ਮਤਲਬ ਤਾਂ ਇਹ ਵੀ ਦੁਕਾਨ ਬੰਦ ਕਰ ਦਿਓ। ਇਹ ਮਹਾਰਾਜ ਨੇ ਸ਼ਬਦ ਵਰਤਿਆ, ਕਰ ਸੈਂ ਔਦ ਕਨੇਰੀ। ਪਰ ਜੋ ਇਹਦੇ ਤੇ ਜ਼ੁਲਮ ਕੀਤਾ, ਗਿਰ, ਪਹਾੜ, ਤਰ ਦਾ ਅਰਥ ਹੈ ਰੁੱਖ ਬ੍ਰਿਕਸ਼, ਗਿਰ, ਤਰ, ਜਲ, ਪਾਣੀ, ਜਵਾਲਾ, ਅੱਗ। ਕਹਿੰਦੇ ਨੇ ਪਾਣੀ, ਪਹਾੜ, ਰੁੱਖ, ਇਹਨਾਂ ਸਾਰੀਆਂ ਥਾਵਾਂ ਵਿੱਚ ਇਹਦੇ ਤੇ ਜਦੋਂ ਜ਼ੁਲਮ ਕੀਤਾ, ਗੁਰਮੁਖੋ ਥੋੜਾ ਧਿਆਨ ਦੇ ਕੇ ਸੁਣਿਓ। ਗਿਰ, ਤਰ, ਜਲ, ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਮੈਂ ਅਕਸਰ ਬੇਨਤੀ ਕਰਨਾ, ਮੈਨੂੰ ਬੜਾ ਸੂਝਵਾਨ ਬਹੁਤ ਬੈਠੇ ਹੋ, ਪਰ ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦਿਆਂ, ਜਿਵੇਂ ਮੈਂ ਮੰਗਲ ਕੀਤਾ ਜੀ ਮਹਾਰਾਜ ਦਾ ਕਿ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ, ਪਹਿਲਾਂ ਪੜਿਆ ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਪਿਆਰਿਓ, ਜਦੋਂ ਸਰਬ ਕਲਾ ਸਮਰੱਥ ਆ ਜਾਏ ਨਾ, ਆਪਣੀ ਮਨ ਦੀਆਂ ਕਲਾ ਦੀ ਗੱਲ ਨਾ ਕਰੀਏ। ਪਰਮਾਤਮਾ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹੈ। ਕਲਾ ਦਾ ਅਰਥ ਹੈ ਸ਼ਕਤੀ, ਤਾਕਤ। ਸਰਬ ਕਲਾ ਸਮਰੱਥ। ਇੱਥੇ ਸਤਿਗੁਰਾਂ ਨੇ ਕਿਹਾ, ਪਹਾੜ ਨੇ, ਪਾਣੀ ਨੇ, ਅੱਗ ਨੇ ਆਪਣਾ ਸੁਭਾਅ ਬਦਲ ਦਿੱਤਾ। ਫਿਰ ਸੁਣਿਓ, ਗਿਰ, ਤਰ, ਜਲ, ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਰਮਾਤਮਾ ਨੇ ਤੱਤਾਂ ਦਾ ਸੁਭਾਅ ਚੇਂਜ ਕਰ ਦਿੱਤਾ। ਉਹ ਕਹਿੰਦੇ ਅਖੀਰ ਤੇ ਖੋਲਕਾ ਕੁਲ ਫੁਲਕਾਰੀ ਸੀ ਜਾਂ ਚਾਦਰ ਸੀ, ਉਹ ਬਲਦੇ ਹੋਏ ਭੱਠ ਵਿੱਚ, ਅੱਗ ਵਿੱਚ ਬਹਿ ਗਈ। ਉਹਨੂੰ ਫੁਲਕਾਰੀ ਕਰਕੇ ਉਹ ਸੜ ਨਹੀਂ ਸੀ ਸਕਦੀ। ਜੋ ਘਟਨਾਵਾਂ ਨੇ ਉਹਨਾਂ ਦੀਆਂ, ਹਵਾ ਚੱਲੀ,
ਉਹ ਚਾਦਰ ਪ੍ਰਹਿਲਾਦ ਉੱਤੇ ਚਲੀ ਗਈ, ਹੋਲਕਾ ਅੱਗ ਵੀ ਸੜ ਗਈ। ਲੋਕੀ ਇਹੀ ਕਾਰਨ ਕਿ ਹੋਲੀ ਨੂੰ ਹੋਲਕਾ ਦਹਨ ਵੀ ਕਰਦੇ ਨੇ, ਉਹਨੂੰ ਸਾੜਿਆ ਜਾਂਦਾ। ਉਹਨਾਂ ਮੁਤਾਬਕ ਹੋਲੀ ਦਾ ਇਹ ਵੀ ਤਿਉਹਾਰ ਹਿੰਦੁਸਤਾਨ ਦੀ ਧਰਤੀ ਤੇ ਬੜਾ ਇਹ ਖੇਡਿਆ ਜਾਂਦਾ ਸੀ। ਮਥੁਰਾ ਦੀ ਹੋਲੀ ਹਵੇਲੀ, ਯੂਪੀ ਤੇ ਹਰਿਆਣੇ ਵਿੱਚ, ਚਲੋ ਹੁਣ ਹਰਿਆਣਾ ਬਣਿਆ, ਇਹਦੇ ਵਿੱਚ ਇਸ ਤਿਉਹਾਰ ਨੂੰ ਫਾਗ ਕਿਹਾ ਜਾਂਦਾ। ਵੈਸੇ ਫਾਗ ਦਰ ਤੇ ਫੱਗਣ ਵਿੱਚ ਖੇਡੇ ਜਾਣ ਵਾਲਾ ਖੇਲ, ਗੁਰੂ ਗ੍ਰੰਥ ਸਾਹਿਬ ਵੀ ਦੋਨੋਂ ਸ਼ਬਦ ਵਰਤੇ। ਲੋਕ ਹੋਲੀ ਮਨਾਉਣ ਲੱਗ ਪਏ, ਰੰਗ ਸੱਟਣ ਲੱਗ ਪਏ। ਗੁਰਮੁਖੋਂ ਮੈਂ ਇੱਕ ਬੇਨਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਰੰਗਾਂ ਦਾ ਜ਼ਿਕਰ ਕੀਤਾ ਹੈ ਹੋਲੀ ਨਾਲ ਸੰਬੰਧਿਤ। ਹਜ਼ੂਰ ਨੇ ਬਾਣੀ 'ਚ ਸ਼ਬਦ ਵਰਤੇ ਨੇ ਕਿ ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। आज हमारा बने फाग, प्रभ संगी मिल खेलन लाग। फाग भी शब्द वरत्या ते होली भी वरत्या। फाग का संबंध फलगुण नाल है। फगुण के महीने विच खेडिया जाण वाला खेल, इनू फाग भी कहंदे आ। गुरु साहब ने दोनों का जिक्र किया, कहन लगे साडे घर विच फाग खेडी जाती है, साडे घर विच हमारा शब्द वरत्या, आज हमारा बने फाग। अज साडे घर विच साडे गृह विखे फाग का त्यौहार आया। केड़ा त्यौहार? प्रभ संगी मिल खेलन लाग। ये फाग, ये फलगुण असी परमात्मा दे संगी गुरमुखां दी संगत विच खेडी। हो सकता बंदे दे मन च इहदा मतलब फिर रंग भी सट्टिया। अगे महाराज कहते हैं होली कीनी संत सेव। होली असी कीती है, पर संगत की सेवा, संत सेव ते इहदे विचों लगा कि सेवा करके रंग लागा अत लाल देव। उस सेवा विचों जिहड़ा रंग लगा वो अत दा लाल है। देव दा लफ्जी अर्थ प्रकाश भी हुंदा है। परमात्मा दे शब्द दे प्रकाश दा सेवा विचों जिहड़ा रंग लगा प्यारिओ, ये रंग मरण तो बाद कदी नहीं उतरदा, ये मरण तक भी नाल जांदा है। गुरु ग्रंथ साहिब विच रंग का जिक्र किया। हालांकि उंज असी बारमुखी लाल रंग तो बड़ा भजने, सच्ची जे भजने वो लाल रंग वेखो दूजे मद आ गया। पर पूरे गुरु ग्रंथ साहिब जदों सिमरन की गल की गई उदों गुरु ने पीले रंग का जिक्र ही नहीं किया, चिट्टे का भी नहीं किया। सब तो वध गुरु ग्रंथ साहिब ने जे नाम दे किसी रंग का जिक्र किया तो सिर्फ लाल रंग का किया। जिमें बाणी च एक बचन आउंदा है, ना मैला ना धुंधला, ना भगवा ना कच, नानक लालो लाल है सच्चे रत्ता सच। उथे नानक लालो लाल है सच्चे रत्ता सच। लाल रंग तिसको लगा जिसकै वडभागा, मैला कदे ना होवी न लागै दागा। गुरु जी कहने लाल चोलना तै तन सोया, सुरजन भानी तामन मोया। कवन बनीरी तेरी लाली, कौन रंग तू भई गुलाली। सोए सुनंदड़ी मेरा तन मन मौला, नाम जपंदड़ी लाली शब्द वरत्या। मैं बेनती करा जी ज्यादा जिहड़ा रंग का जिक्र किया, नाम रंग लाल रंग है। नाम रंग सच एवे ओ लाली दा लाल रंग जिहड़ा है वो नाम की इउं कह लो जी व्याख्या करता है। गुरु साहब जी ने कृपा की, महाराज गुरु गोबिंद सिंह दे वेले तक मैं बेनती करा सन 1700 नूं हजूर ने संमत 1757 नूं आनंदपुर साहिब विखे बहुत वड्डा इकट्ठ किया। होला महला अज की तरह नहीं सी मनाया जाता। मेरी बेनती जिवें अज कोई भंग घोड़दा है, कोई गाने सुनी जाता, कोई नच्ची जाता, कोई पीपणियां वजाई जाता, इस तरह नहीं सी। उस वक्त ये जिहड़ा समागम सी पूरा एक हफ्ता 7 दिन चलदा हुंदा सी। जिहड़ा गुरु साहब ने शुरू किया वो 7 दिन, सवेरे सिमरन अमृत वेले, आसा दीवार का कीर्तन, कथा विचार, अमृत वेले की मर्यादा सब ने निभानी। उस तो बाद शाम नूं ढाडी वारां ते कवि कीर्तन हुंदा सी। फिर 7 दिनां दे विच 2 तरह के जथे तैयार हुंदे सन। डॉक्टर रतन सिंह जग्गी लिखता है, वो कहता है एक जथे नूं चिट्टे रंग के कपड़े पहनाए जाते सन, दूसरे जथे की पहचान वास्ते केसरी रंग के वस्त्र पहनाए जाते सन। उन्हें लोहगढ़ का जिक्र वैसे किया। उंज विद्वान कहते हैं फिर सतगुरां ने की किया,
ਉਹਨਾਂ ਨੇ ਦੇਖਿਆ ਕਿ ਮਨੁੱਖ ਦੇ ਅੰਦਰ ਦੀ ਕਮਜ਼ੋਰੀ ਹੈ ਜਿਹੜੀ ਇਹਦੇ ਅੰਦਰ ਨੂੰ ਨਾ ਤਾਂ ਮਾਨਸਿਕ ਤੌਰ ਤੇ ਆਜ਼ਾਦ ਹੋਣ ਦਿੰਦੀ ਹੈ, ਨਾ ਸਰੀਰਕ ਤੌਰ ਤੇ। ਮਾਨਸਿਕ ਤੌਰ ਤੇ ਗੁਲਾਮੀ ਤਾਂ ਸਰੀਰਕ ਤੌਰ ਤੇ ਗੁਲਾਮੀ ਹੈ। ਫਿਰ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਇੱਕ ਚਿੱਟੇ ਰੰਗ ਵਾਲੇ ਵਸਤਰ ਇਹ ਜਥਾ, ਦੂਸਰਾ ਕੇਸਰੀ ਰੰਗ ਵਾਲਾ, ਤੇ ਇੱਕ ਜਗ੍ਹਾ ਖਾਸ ਕਰਕੇ ਲੋਹਗੜ੍ਹ ਦਾ ਜ਼ਿਕਰ ਕੀਤਾ ਜਾਂਦਾ। ਇੱਕ ਜਥੇ ਨੇ ਉੱਥੇ ਕਬਜ਼ਾ ਕਰਨਾ ਹੈ, ਦੂਸਰੇ ਨੇ ਹਮਲਾ ਕਰਕੇ ਉਸ ਕਬਜ਼ੇ ਨੂੰ ਹਟਾਉਣਾ ਹੈ, ਜਿਹਨੂੰ ਬਨਾਵਟੀ ਜੰਗ ਕਹ ਲਓ, ਮਸਨਈ ਜੰਗ ਕਹ ਲਓ। ਇੱਕ ਨੇ ਹਮਲਾ ਕਰਨਾ ਹੈ, ਇੱਕ ਨੇ ਹਮਲਾ ਰੋਕਣਾ ਹੈ। ਤੇ ਜਿਹੜੇ ਜਥੇ ਜਿੱਤ ਜਾਂਦੇ ਸਨ ਉਹਨਾਂ ਜਥਿਆਂ ਨੂੰ ਗੁਰੂ ਸਾਹਿਬ ਭਰੇ ਦਰਬਾਰ ਦੇ ਵਿੱਚ ਸਰਪਾਉ ਦਿੰਦੇ ਹੁੰਦੇ ਸਨ। ਇਹ 7 ਦਿਨ ਸਮਾਗਮ ਚੱਲਦਾ ਸੀ ਹੋਲੇ ਮਹੱਲੇ ਦਾ। ਇਹੀ ਕਾਰਨ ਕਿ ਸਿੱਖ ਜਥੇਬੰਦੀਆਂ ਅੱਜ ਵੀ ਕਈ ਐਸੇ ਨੇ ਜਿਹੜੇ ਬਹੁਤ ਭਾਵਨਾ ਨਾਲ ਇਸ ਦਿਨ ਨੂੰ, ਉਸ ਗੁਰੂ ਜੀ ਦੀ ਦਿੱਤੀ ਹੋਈ ਯਾਦ ਨੂੰ ਜਾਂ ਉਹਨਾਂ ਦੇ ਦਿੱਤੇ ਹੋਏ ਇਸ ਸਿਧਾਂਤ ਨੂੰ ਕਾਇਮ ਕਰਕੇ ਬੈਠੇ ਆ। ਉੱਥੇ ਭਾਈ ਨੰਦ ਲਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਨੇ, ਉਹਨਾਂ ਨੇ ਪਿਚਕਾਰੀ ਦਾ ਜ਼ਿਕਰ ਕੀਤਾ। ਪਿਚਕਾਰੀ ਸ਼ਬਦ ਫਾਰਸੀ ਦਾ ਜੀ। ਉਹਨਾਂ ਨੇ ਸੁੱਕੇ ਰੰਗ ਦਾ ਜ਼ਿਕਰ ਵੀ ਕੀਤਾ। ਚਲੋ ਇੱਥੇ ਭਾਵੇਂ ਮੈਂ ਜਦੋਂ ਅਰਥ ਕਰਾਂਗਾ ਇਹਦੇ ਅਰਥ ਵੀ ਅੰਤਰੀ ਵੀ ਨੇ। ਅੱਜ ਅਸੀਂ ਦੇਖਦੇ ਜਨਾ ਖਣਾ ਆਪਣੇ ਉੱਤੇ ਰੰਗ ਸੱਟੀ ਜਾਂਦੇ ਨੇ, ਬੁਰਾ ਹਾਲ ਪੁੱਛੋ ਕੁਝ ਨਾ। ਉੱਥੇ ਭਾਈ ਸਾਹਿਬ ਦੀ ਪੂਰੀ ਇੱਕ ਗਜ਼ਲ ਹੈ ਹੋਲੀ ਦੇ ਨਾਲ ਸੰਬੰਧਿਤ। ਉਹਦੇ 2 ਸ਼ੇਰ ਨੇ ਜਿਹੜੇ ਮੈਂ ਆਪਣਾ ਸਾਂਝੇ। ਭਾਈ ਸਾਹਿਬ ਕਹਿੰਦੇ, ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਹਿ ਦਾ ਅਰਥ ਹੈ ਵਾਹ ਵਾਹ, ਪਿਚਕਾਰੀ ਦਾ ਅਰਥ ਆਪਾਂ ਪੰਪ ਜਿਹਦੇ ਚ ਭਰ ਕੇ ਪਾਣੀ ਸੱਟਨੇ। ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਤੇਰੇ ਹੱਥ ਵਿੱਚ ਫੜੀ ਹੋਈ ਪਿਚਕਾਰੀ। ਪਰ ਅੱਗੇ ਜਦੋਂ ਦੇ ਅਰਥ ਕਰਨਗੇ ਉਹ ਅਰਥ ਅਧਿਆਤਮਕ ਨੇ। ਜ਼ੈ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਾਫਰਾਨੀ ਦਰ ਤੇ ਕੇਸਰੀ ਰੰਗ ਭਰਿਆ ਹੋਇਆ ਤੇਰੇ ਹੱਥ 'ਚ ਪਕੜੀ ਪਿਚਕਾਰੀ ਵਿੱਚ। ਜਿਹੜੀ ਤੁਸੀਂ ਪਿਚਕਾਰੀ ਪੜੀ ਹੈ ਉਹ ਪੂਰੀ ਦੀ ਪੂਰੀ ਕੇਸਰੀ ਰੰਗ ਨਾਲ ਭਰੀ ਹੈ। ਵਹ ਜ਼ੈ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ ਰਾ, ਬੇਰੰਗੇ ਹੋਏ ਜਿਨ੍ਹਾਂ ਨੂੰ ਕੋਈ ਰੰਗ ਨਹੀਂ ਚੜਿਆ, ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਹੱਥ ਵਿੱਚੋਂ ਨਿਕਲੀ ਕੋਈ ਪਿਚਕਾਰੀ ਦਾ ਜਿਹੜਾ ਰੰਗ ਹੈ ਉਹਨਾਂ ਬੰਦਿਆਂ ਦੇ ਧੁਰ ਅੰਦਰ ਚਲਾ ਗਿਆ, ਉਹਨਾਂ ਦੇ ਅੰਦਰ ਰੰਗ ਦਿੱਤੇ ਜਿਹੜੇ ਬੇਰੰਗ ਸਨ, ਜਿਹੜੇ ਸੁੱਕੇ ਪਏ ਸਨ। ਸੱਚਮੁੱਚ ਜਿਨ੍ਹਾਂ ਦੇ ਅੰਦਰ ਕੁਝ ਵੀ ਨਹੀਂ ਤੂੰ ਰੰਗ ਵੀ ਦਿੱਤੇ, ਉਹਨਾਂ ਵਿੱਚੋਂ ਸੁਗੰਧੀ ਵੀ ਆਉਣ ਲੱਗ ਪਈ। ਹੁਣ ਇਹਦੇ ਅਧਿਆਤਮਕ ਅਰਥ ਨੇ। ਗੁਰਮੁਖੋ, ਸੱਚੀ ਮੁੱਚੀ ਜਿਹੜੇ ਬੇਰੰਗੇ ਗੁਰੂ ਕੋਲ ਜਾਂਦੇ ਨੇ, ਗੁਰੂ ਨਾਮ ਦੀ ਬਖਸ਼ਿਸ਼ ਕਰਕੇ ਬੇਰੰਗਿਆਂ ਨੂੰ ਵੀ ਨਾਮ ਵਿੱਚ ਰੰਗ ਦਿੰਦਾ ਹੈ। ਥੋੜਾ ਜਿਹਾ ਅਸੀਂ ਦੇਖਿਓ, ਪੁਰਾਤਨ ਉਦਾਹਰਨ ਅਸੀਂ ਲੈ ਲਈਏ ਕਿ ਹਰ ਬੇਰੰਗੋ ਰਾ ਖੁਸ਼, ਉਹਦੇ ਅੰਦਰ ਭਰ ਦਿੱਤਾ। ਮੈਨੂੰ ਦੱਸੋ ਕੌਡੇ ਰਾਖਸ਼ ਦਾ ਅੰਦਰ ਰੰਗਿਆ ਹੋਇਆ ਸੀ, ਉਹ ਉੱਥੋਂ ਆਪਾਂ ਗੱਲ ਸ਼ੁਰੂ ਕਰੀਏ। ਸੱਜਣ ਠੱਗ ਦਾ ਅੰਦਰ ਰੰਗਿਆ ਹੋਇਆ ਸੀ, ਬੇਰੰਗ ਸੰਸਾਰੇ। ਨੂਰ ਸ਼ਾਹ ਜਾਦੂਗਰਨੀ ਦਾ ਅੰਦਰ ਰੰਗਿਆ ਸੀ। ਭਾਈ ਬਿਧੀ ਚੰਦ ਦਾ ਅੰਦਰ ਪਹਿਲਾਂ ਰੰਗਿਆ ਸੀ। ਮੇਰੀ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਉਹ ਬੰਦਿਆਂ ਦੇ ਅੰਦਰ ਇੱਕ ਖਿੰਨ ਵਿੱਚ ਰੰਗ ਦਿੰਦਾ ਗੁਰੂ, ਜਿਹੜੇ ਸੱਚੀ ਮੁੱਚੀ ਕਈ ਜਨਮਾਂ ਦੇ ਬੇਰੰਗੇ ਆ। ਇਸ ਨੂੰ ਫਿਰ ਜੀ ਮੰਨ ਲਓ ਇੱਕ ਬੰਦਾ ਕੱਪੜੇ ਪਾ ਕੇ ਆਇਆ, ਰੰਗ ਪੈਂਦਿਆਂ ਕਿੰਨੀ ਕੁ ਦੇਰ ਲੱਗਦੀ। ਤੁਰੇ ਜਾਂਦੇ ਬੰਦੇ ਉੱਤੇ ਲੋਕ ਪਿਚਕਾਰੀ ਮਾਰ ਕੇ ਪੂਰਾ ਰੰਗ ਦਿੰਦੇ ਆ, ਉਹਨੂੰ ਪਤਾ ਵੀ ਨਹੀਂ ਕਿ ਅੱਜ ਲੰਘਦੇ ਨੇ ਕਿਸੇ ਨੇ ਮੇਰੇ ਕੱਪੜੇ ਰੰਗ ਦੇਣੇ ਆ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਤੂੰ ਰੰਗ ਦਿੱਤਾ ਉਹਨਾਂ ਦੇ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਤੇਰੀ ਬਖਸ਼ਿਸ਼ ਦੀ ਇਹੋ ਜੀ ਪਿਚਕਾਰੀ ਵਰਗੀ, ਜਿਨ੍ਹਾਂ ਨੇ ਕਦੀ ਵਾਹਿਗੁਰੂ ਵੀ ਨਹੀਂ ਕਿਹਾ, ਤੂੰ ਉਹਨਾਂ ਨੂੰ ਵੀ ਹੋਲੀ ਵਾਲੇ ਦਿਨ ਰੰਗ ਦਿੱਤਾ ਹੈ। ਤੂੰ ਬੇਰੰਗੇ ਰੰਗ ਨਾ ਹੈ, ਉਹਨਾਂ ਵਿੱਚੋਂ ਨਾਮ ਦੀ ਸੁਗੰਧੀ ਹੁੰਦੀ ਹੈ। ਜ਼ੈ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ। ਹੁਣ ਦੂਸਰਾ ਰੰਗ ਵਰਤਿਆ ਜਾਂਦਾ ਜੀ ਸੁੱਕਾ, ਜਿਹਨੂੰ ਅਸੀਂ ਗੁਲਾਲ ਕਹਿੰਦੇ। ਭਾਈ ਸਾਹਿਬ ਕਹਿੰਦੇ ਨੇ ਗੁਲਾਲ ਆਪ ਸਾਨੀਏ, ਕਹਿੰਦੇ ਉਹ ਵੇਖੋ ਗੁਲਾਲ ਉੱਡਦਾ ਪਿਆ। ਹੁਣ ਇੱਥੇ ਨਹੀਂ ਕਿਹਾ ਵੀ ਬੰਦੇ ਭਰੇ ਗਏ। ਗੁਲਾਲ ਆਪ ਸਾਨੀਏ ਅਸ ਦਸਤੇ ਮੁਬਾਰਕ। ਦਸਤੇ ਮੁਬਾਰਕ ਦਾ ਅਰਥ ਮੇਰੇ ਗੁਰੂ ਗੋਬਿੰਦ ਸਿੰਘ ਦੇ ਮੁਬਾਰਕ ਹੱਥਾਂ ਦੇ ਵਿੱਚ ਉਹਨਾਂ ਨੇ ਇੱਕ ਮੁੱਠ
ਗੁਲਾਲ ਨਾਲ ਭਰੀ ਹੈ। ਜ਼ਮੀਨੋਂ ਆਸਮਾਰਾ ਸੁਰਖਰੂ ਕਰਦ। ਹੇ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਦਾ ਗੁਲਾਲ ਕਿਸੇ ਦਾ 2 ਗਜ 4 ਗਜ 10 ਗਜ ਜਾਏਗਾ, ਪਰ ਜਦੋਂ ਤੂੰ ਆਪਣੇ ਹੱਥ ਨੂੰ ਖੋਲਿਆ, ਤੇਰੇ ਵਿੱਚੋਂ ਨਿਕਲੇ, ਹੱਥ ਵਿੱਚੋਂ ਨਿਕਲੇ ਗੁਲਾਲ ਨੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਭ ਕੁਝ ਰੱਬ ਦੇ ਰੰਗ ਵਿੱਚ ਹੀ ਰੰਗ ਦਿੱਤਾ ਹੈ। ਹੁਣ ਉਹਨਾਂ ਨੇ ਜਿਹੜੇ ਅਰਥ ਕੀਤੇ ਬੜੇ ਅਧਿਆਤਮਕ ਨੇ। ਸਿਰ ਮੈਂ 2 ਸ਼ੇਰ ਕਹਿਆ, ਗੁਲਾਲ ਅਫਸਾਨੀਆਂ ਅਜ਼ ਦਸਤੇ ਮੁਬਾਰਕ, ਜ਼ਮੀਨੋਂ ਆਸਮਾਰਾ ਸੁਰਖਰੂ ਕਰਦ। ਉਂਝ ਵੈਸੇ ਸਤਿਗੁਰਾਂ ਨੇ ਇਸ ਦਿਨ ਨੂੰ ਖਾਸ ਕਰਕੇ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਜੋੜਿਆ ਹੋਇਆ ਸੀ। ਉਸ ਵਕਤ ਨੇਜ਼ੇਬਾਜੀ, ਘੋੜਸਵਾਰੀ, ਜਿੰਨੇ ਜੰਗ ਵਿੱਚ ਉਸ ਵਕਤ ਸ਼ਸਤਰ ਵਰਤੇ ਜਾਂਦੇ ਸਨ, ਸੱਚ ਇਹ ਵੇ ਕਿ ਹੋਲੇ ਮਹੱਲੇ ਵਾਲੇ ਦਿਨ, ਇਹਨਾਂ ਦਿਨਾਂ 'ਚ ਸ਼ਸਤਰ ਵਿਦਿਆ ਦਾ ਅਭਿਆਸ ਹੋਰ ਦ੍ਰਿੜ ਕਰਾਇਆ ਜਾਂਦਾ ਸੀ। ਉਂਝ ਮੈਂ ਆਪ ਨੂੰ ਬੇਨਤੀ ਕਰਦਿਆਂ ਕੁਝ ਵਿਦਵਾਨਾਂ ਕਿਹਾ ਕਿ ਹੋਲਾ ਸ਼ਬਦ ਖੋਲੀ ਦਾ ਪੁਲਿੰਗ ਹੈ, ਪਰ ਨਹੀਂ। ਫਿਰ ਮਹੱਲਾ ਸ਼ਬਦ ਕਾਦ ਲਿਖਿਆ? ਹੋਲਾ ਮਹੱਲਾ, ਇਹਦੇ ਲਫ਼ਜ਼ੀ ਅਰਥ ਨੇ ਖਮਲਾ ਅਤੇ ਖਮਲੇ ਵਾਲੀ ਥਾਂ। ਹੋਲਾ ਮਹੱਲਾ, ਹਮਲਾ ਅਤੇ ਖਮਲੇ ਵਾਲੀ ਥਾਂ, 2 ਚੀਜ਼ਾਂ, ਇੱਕ ਥਾਂ ਤੇ ਦੂਜਾ ਹਮਲਾ। ਇੱਥੋਂ ਸਾਡੇ ਵਿਦਵਾਨ ਕਹਿੰਦੇ ਸ਼ਬਦ ਹੋਲਾ ਮਹੱਲਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਨੂੰ ਖਾਸ ਕਰਕੇ ਸਿੱਖਾਂ ਨੂੰ ਇਹ ਸ਼ਬਦ ਕਹੇ ਸਨ ਕਿ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਜੋ ਮਰਜੀ ਕਹੋ, ਅੱਜ ਕਹੋ ਜੀ ਨਹੀਂ ਜੀ ਸ਼ਸਤਰਾਂ ਦੀ ਗੱਲ ਨਹੀਂ ਕਰਨੀ। ਯਾਦ ਰੱਖੋ ਕਿ ਜਿਸ ਜ਼ਮਾਨੇ 'ਚ ਆਪਾਂ ਜੀਨੇ ਪਏ, ਸਭ ਤੋਂ ਜ਼ਿਆਦਾ ਜ਼ੋਰ, ਜਿਹਨੂੰ ਸੁਪਰ ਪਾਵਰ ਆਪਾਂ ਕਹਿੰਦੇ, ਉਹ ਸਭ ਤੋਂ ਜ਼ਿਆਦਾ ਜ਼ੋਰ ਆਪਣੇ ਸ਼ਸਤਰਾਂ 'ਤੇ ਲਾਉਂਦਾ ਹੈ। ਗੁਰੂ ਸਾਹਿਬ ਨੇ ਕਿਹਾ ਇੱਕ ਤਾਕਤ ਹੈ, ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਪੁਨ ਸੰਗ ਸਾਰੇ ਪ੍ਰਭੂ ਜੀ ਸੁਨਾਈ, ਬਿਨਾ ਕੇਸ ਤੇਗੰਗ ਰਹੋ ਨਹਿ ਭਾਈ। ਬਿਨਾ ਸ਼ਸਤਰੰਗ ਕੇ ਸੰਗ ਨਰੰਗ ਭੇਡ ਜਾਨੋ, ਗਹਿ ਕਾਨ ਤਾਕੈ ਕਿਤੋਂ ਲੈ ਸਿਧਾਨੋ। ਮਹਾਰਾਜ ਕਹਿੰਦੇ ਨੇ ਕਿ ਸ਼ਸਤਰ ਦੀ ਗੱਲ ਕਰਦੇ ਹਾਂ। ਹੋਰ ਬੇਨਤੀ ਕਰਾਂ, ਜਦੋਂ ਆਪਾਂ ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜਾਂਗੇ ਨਾ ਜੀ, ਬਾਬਰ ਨਾਲ ਸੰਬੰਧਿਤ, ਉਹਦੇ ਵਿੱਚ ਸਤਿਗੁਰਾਂ ਨੇ ਇੱਕ ਤੁਕ ਦੇ ਵਿੱਚ ਸ਼ਸਤਰਾਂ ਦਾ ਜ਼ਿਕਰ ਕੀਤਾ। ਕਿਉਂਕਿ ਜਿਹੜੇ ਪਠਾਨ ਸਨ, ਤਿੱਤਰ ਬਟੇਰੇ ਮਾਰਨੇ, ਨਿੱਕੀਆਂ ਨਿੱਕੇ ਤਮਾਚੇ ਜਿਹੇ ਸਨ, ਪੁਰਾਣੀਆਂ ਬੰਦੂਕਾਂ ਘਰ ਪਈਆਂ। ਮਹਾਰਾਜ ਕਹਿੰਦੇ ਅਭਿਆਸ ਨਹੀਂ ਸਨ ਕਰਦੇ, ਕਿਉਂਕਿ ਧਨ ਜੋਬਨ ਦੋ ਵੈਰੀ ਹੋਏ, ਜਿੰਨੀ ਰੱਥੇ ਰੰਗ ਲਾਏ। ਪਰ ਜਦੋਂ ਮੁਗਲ ਆਇਆ, ਇੱਕ ਤਾਂ ਮੁਗਲਾਂ ਦੀ ਕਾਮਯਾਬੀ, ਉਹਨਾਂ ਘੋੜੇ ਵਰਤੇ। ਹਿੰਦੁਸਤਾਨ ਦੀ ਜ਼ਿਆਦਾਤਰ ਜਿਹੜੇ ਸਨ ਉਹ ਹਾਥੀ ਵਰਤਦੇ ਸਨ, ਉਹਨਾਂ ਨੇ ਘੋੜੇ ਵਰਤੇ। ਤੇ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ। ਓਨੀ ਤੁਪਕ ਤਾਣ ਚਲਾਈ, ਓਨੀ ਖਸਤ ਚੜਾਈ। ਉਹਨਾਂ ਨੇ ਨਵੀਆਂ ਬੰਦੂਕਾਂ ਚਲਾਈਆਂ, ਤੋਪਾਂ ਚਲਾਈਆਂ, ਇਹਨਾਂ ਦੇ ਨਿੱਕੇ ਨਿੱਕੇ ਜਿਹੇ ਪਿਸਤੌਲ ਸਨ, ਹੱਥਾਂ ਵਿੱਚ ਚਿੜ ਚਿੜ ਕਰਦੇ ਰਹੇ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ, ਕਿਉਂਕਿ ਸ਼ਸਤਰਾਂ ਦੀ ਤਿਆਰੀ ਨਹੀਂ ਸੀ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਘਰ 'ਚ ਸ਼ਸਤਰ ਦਾ ਇੱਕ ਸਿਧਾਂਤਕ ਪੱਖ ਹੈ। ਇਹ ਕਹਿ ਕੇ ਮੈਂ ਸੰਪੂਰਨਤਾ ਕਰਨ ਲੱਗਾ। ਗੁਰੂ ਸਾਹਿਬ ਜਦੋਂ ਕਿਰਪਾਨ ਦੀ ਗੱਲ ਕਰਨਗੇ, ਸ਼ਸਤਰ ਦੀ ਗੱਲ ਕਰਨਗੇ, ਉਸ ਸ਼ਸਤਰ ਦਾ ਮੂੰਹ ਗੁਰੂ ਕਦੀ ਵੀ ਬਾਹਰ ਮੁਖੀ ਵਰਤਨ ਨਹੀਂ ਜਾਂਦਾ। ਸੱਚਮੁੱਚ ਗੁਰੂ ਇੱਕੋ ਦਮ ਉਸ ਸ਼ਸਤਰ ਦੀ ਗੱਲ ਕਰਦਿਆਂ ਕਰਦਿਆਂ ਅੰਤਰਮੁਖੀ ਕਰਦਾ ਹੈਗਾ। ਜਿਵੇਂ ਗੁਰੂ ਸਾਹਿਬ ਦਾ ਸੰਸਕ੍ਰਿਤ ਦਾ ਇਹ ਬਚਨ ਹੈ, ਸਭ ਨੂੰ ਪਤਾ ਹੈ, ਖਗ ਖੰਡ ਬਿਹੰਡੰ ਖਲਦਲ ਖੰਡੰ ਆਤਰਨ ਮੰਡੰ ਬਰ ਬੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ। ਹੁਣ ਇਹ ਦੋਨੋਂ ਜਿਹੜੀਆਂ ਤੁਕਾਂ ਮੈਂ ਪੜੀਆਂ ਨੇ, ਇਹਦਾ ਅਰਥ ਹੀ ਤਲਵਾਰ ਨਾਲ ਹੈ, ਕਿਰਪਾਨ ਨਾਲ ਹੈ, ਕਿ ਦੁਸ਼ਮਣਾਂ ਦੇ ਤੂੰ ਟੁਕੜੇ ਕਰਨੀ ਹੈ, ਤੂੰ ਹੱਥ ਦਾ ਕਾਮਯਾਬ ਡੰਡਾ ਹੈ। ਖੰਡ ਬਿਹੰਡੰ ਖਲਦਲ ਖੰਡੰ ਆਤਰਨ ਮੰਡੰ ਬਰ ਬੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ। ਸ਼ਸਤਰ ਦੀ ਗੱਲ ਜੇ ਟੁਕੜੇ ਕਰ ਰਹੀ ਹੈ, ਇੱਕੋ ਦਮ ਸਤਿਗੁਰਾਂ ਨੇ ਉਹ ਸ਼ਸਤਰ ਦੇ ਅਰਥ ਬਦਲਦਿਆਂ ਇਹਨੂੰ ਰੱਬ ਨਾਲ ਜੋੜ ਦਿੱਤਾ। ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲ ਵਿਕਾਰਨੰ ਅਸ ਸਰਨੰ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇਗੰ। ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਰ ਸਹਿਬ ਸਰੋਹੀ ਸੈਥੀ ਇਹ ਹਮਾਰੇ ਪੀਰ। ਮੈਂ ਅਰਜ਼ ਕਰਾਂਗਾ ਕਿ ਗੁਰੂ ਘਰ ਵਿੱਚ ਸ਼ਸਤਰ ਵਿਦਿਆ ਦਾ ਅਭਿਆਸ ਦਿੱਤਾ ਗਿਆ।
मैं इक्को गल कहांगा, इत्थे शस्त्र डराउण लई नहीं, सच्ची मुच्ची इत्थे शस्त्र डरे होए नूं बचाउण दे लई ने। इत्थे शस्त्र जुल्म लई नहीं, इत्थे शस्त्र जुल्म नूं बन पाउण वास्ते ने। इत्थे शस्त्र मजलूम दी हत्या कर लई नहीं, इस घर दे विच शस्त्र मजलूम दी ढाल है। इसे करके 6वें गुरुदेव ने कहा, जदों पुछया जी ये शस्त्र क्यों, ते सब तो ज्यादा गुरु हरगोबिंद साहिब दे विरोध विच, जिन्हें शस्त्रां दे विरोध विच रज के बोलिया, वो मेहरबान सी बाबे पिरथी दा पुत्र भाई साहब ने जिक्र किया, क्योंकि वो रचना करदा सी, वो बाणी उचारदा सी, अपने कच्ची कह लो जी बाणी, चलो शब्द वरते, तो उन्हें कहा सी देखो जी पहले गुरु साहब बाणी उचारदे तां बाणी नहीं उचारदे, ये तां घोड़ियां ते कुत्ते ना रखे जी। शस्त्र भाई साहब ने सारा जिक्र किया, उन्हें विरोध किया इस चीज़ का। जदों संगत विच गल चली, महाराज ये शस्त्र क्यों, गुरु साहब दे शब्द सुनने वाले सन, कहन लगे ये शस्त्र मजलूम की रख्या, जरवाने की पख्या। दो शब्द ने, मजलूम की रख्या, ये मजलूम दी रखवाली वास्ते ने, जरवाने की पख्या। सच एवे जिस बोली च जरवाना समझदा होवे, जालम नूं समझाण लई ओदी बोली है शस्त्र, ते महाराज कहंदे गरीब दी रखवाली है शस्त्र। इसे करके गुरु घर च जिहड़ी मैं एक इत्थे कह गया सां, हुण आपां सारे मत्था टेकने, पर अगे ते तुहां शस्त्र सजाए आ ढाल भी निक्की जी रखी, तीर रखिया, किरपाना रखियां, ये सब कुछ तुसीं रखे। बाहरों बंदा आवेगा, आपां कहांगे जी ये क्यों, हो सकता आम बंदा कहे जी ये सजावट की। अमेरिका का जिहड़ा एक रुपया $1 है ना, उन्होंने ध्यान नाल देखियो, उत्थे 2 हथ बने आ, एक हथ दे विच खिड़े हुए फुल पकड़ाया ते एक हथ दे विच तीर पकड़ाए हुए आ। वो डॉलर नूं मैं फिर अर्ज करांगा, वो डॉलर जिहड़ा है थोड़े सुनियो, एक हथ भी तीर ने, एक हथ विच फुल ने। गुरु घर भी जिहड़े ये शस्त्र आपां अगे रखे ने प्यारिओ, ये केवल सजावट नहीं, ये साडे मीरी ते पीरी दी व्याख्या करदे जो बंदा मत्था टेकदा है। ये शस्त्र ते शास्त्र दी व्याख्या करदे आ। ये जदों मत्था टेकदे हो, ये चिन्ह संत ते सिपाही दी व्याख्या करदे आ। ये जिहड़े सिंबल ने भगती ते शक्ति दी व्याख्या करदे आ। सतगुरां ने अज दे दिन महल्ले वाले दिन, होला महल्ला जिहड़ा दिन मुकर्रर किया, शस्त्र विद्या का अभ्यास किया, तो मैं कहना शस्त्र नाल ते असीं इन्ने जुड़े हुए हैं। हुण जदों अरदास होनी भाई साहब ने, तो उन्हां जदों यही शब्द कहना, महाराज कड़ाह प्रसाद की देग हाज़र है, प्रवान करो जां शब्द भोग लाओ, उस वक्त मान लो कि श्री साहब भेंट ना करो तो सीधा प्रसाद वरतान लग पो, उसकी शामत आ जाएगी। उन्हें कहना बंदे नूं अकल नहीं, श्री साहब क्यों नहीं भेंट कराई। याद रखियो, साडा प्रसाद भी तां बनदा है जदों गुरु गोबिंद सिंह दा शस्त्र भेंट हुंदा है। देग ते तेग दा, संत ते सिपाही दा, भगती ते शक्ति दा, ये सतगुरां ने सानू खोले महल्ले वाले दिन दिता। तो उन्होंने शस्त्र जदों चुके, ये नहीं हुण कोई कहे भाई साहब कथा कर तुसीं शस्त्रां दी गल कीती जां तुसीं शस्त्र चलाओ। मैं बेनती करां, ठीक है मैं शस्त्रां दी व्याख्या तां कीती, पर साडी भी इन्नी प्रैक्टिस नहीं हैगी। उंज वैसे गुरु साहब दे वेले खार सिंह जिहड़ा सी, वो शस्त्रां दा अभ्यास करदा सी। कायदे कानून बन गए कि इन्नी किरपान पा सकदे हो, इन्नी किरपान रख सकदे हो, पर गुरमत अनुसार महाराज कहते तोप का जिक्र किया, तोप भी रख सकते हो। महाराज ने शब्द वरत्या है। सतगुरां ने जदों अपने शस्त्र की गल की, उन्होंने सिर्फ इक्को गल की कि ये शस्त्र ना डरान लई, ना धमकान लई, ना लोकां दियां जमीनां ते कब्जे कर लई। सच जी, ये शस्त्र लोकां नूं डरान लई, धमकान लई, कब्जे कर लई नहीं। ये शस्त्र उदों चक्या जाता है जदों बंदा धर्म का वास्ता पा के भी बेईमान हो जाए। जफरनामे दे सिर्फ 2 शेर ने। महाराज ने कहा कि जदों बंदा बेईमान हो जाए कि पैमा शकन बेदरंग आमदंद, मया तेगो तीरो तुफंग आमदंद,
फिर महाराज कहते हैं बाला चारगी दरमया आमदंद बा तदबीर तीरो कमा आमदंद। इस तो अगला शेर है चूकार अज हमा हीलते दर गुजस्त हलाल अस्त बुरद ने बाए शमशीर दस्त। ਇਹਦਾ मतलब कि जदों सारे हीले गलबात दे मुक जान, धर्म की सौं चुक के भी बंदा मुकर जाए, जदों हर तरह का रस्ता जालम बंद कर दे, फिर गुरु गोबिंद सिंह कहता शस्त्र ते हथ पाना जायज़ है। ये असल च सारी तैयारी सी जी। होला महला चढ़दी कला का प्रतीक है, रूहानीयत के रंग का प्रतीक है। मैं पहली कथा इस करके थोड़ी जी की भी ये दिन उत्थे शुरू हो चुके ने ते आपां हर साल इस दिन का जिक्र इत्थे करने हैं। आप सब का धन्यवाद जी, क्योंकि पहला दिन जो होंदा है ना कथा का जी, मंगल च सानू नींद ही आउंदी है थोड़ी थोड़ी, बंदा बोलदियां कि मैं कई बारी कहना भी न्यूजीलैंड जदों होना ना ये नींदर नहीं काबू होंदी इत्थों दी, क्योंकि असी पिछे हाँ ना जी टाइम करके। ये सच जे आप जी अमेरिका च कनेडा च इंग्लैंड च एक दिन च, पर इत्थे 2-4 दिन लग जाते आ। तुहाडा सब का धन्नवाद जी। तो मेरी बेनती है कि इस बारे प्रबंधक वीरां ने जो ग्राउंड बनाया, मेरा ख्याल उहदा भी उद्घाटन है, पर आप जी आयो, भाई साहब भाई राय सिंह जी ने आना है, तो दास जिन्नी कोई सोझी है मैं यतन करांगा। भावें मैनूं पता है भाई हरजिंदर सिंह जी ने, जदों मैं कथा की गल चलती मैनूं याद आ जाती सिद्ध गोष्ठ, टाइम लंघी जाता वैसे बाणी लंबेरी है, जां तां निठ के टाइम ज़्यादा लगे, पर मेरी इच्छा है भी इस वेले जदों महाराज ने दिन मनाया जी, मैं तकरीबन सारे गए सन सिंह उत्थे करतारपुर, 2 वारी महाराज जी ने इस वारी हाज़री भरान का मौका दिता। तो मेरी इच्छा सी भी सारे पढ़ने जैसी मैं आवे खसम की बाणी तैसड़ा करी ज्ञान वे लालो पाप की जंजल काबलों धाया जोरी मंगै दान वे लालो। फिर जिन्ना जुल्म होया जिन सिर सोहन पट्टियां मांगी पाए संधूर से सिर काती मुनियन गल विच आवे धूड़। ये चारे दे चारे शब्द जिहड़े ने असी अगले ऐतवार तो दोपहर तो आपां शुरू कर देंगे। ऐतवार तो ऐतवार तक जिवें 7-8 दिन बनणगे, आप जी आयो, परिवारां नूं प्रवेर के लाओ। मेरे तो बोलदियां लफ्ज़ तलफ्ज़ बेअंत भुल्लां होईयां ने, साध संगत जी बख्श देना। वाहिगुरू जी का खालसा वाहिगुरू जी।